लेकिन देखो किसी के किरदार का कोई पता नहीं होंदा जी, क्योंकि तुसी कोई ईमानदारी का सर्टिफिकेट तो किसी को दे नहीं सकते ते ना ही कोई किसी ਤੁਹਾਨੂੰ मतलब ਜਾਂ ਮੁੱਖ ਮੰਤਰੀ ਨੂੰ ਦੇ ਸਕਦਾ जी, ਤਾਂ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਸੀਗੇ ਕਿ 10 ਦਿਨਾਂ ਦੇ ਵਿੱਚ ਭਗਵੰਤ ਮਾਨ ਨੇ ਰਿਸ਼ਵਤਖੋਰੀ ਖਤਮ ਕਰਤੀ ਭ੍ਰਿਸ਼ਟਾਚਾਰ ਖਤਮ ਕਰਤਾ 2 ਮਹੀਨੇ ਬਾਅਦ ਭ੍ਰਿਸ਼ਟਾਚਾਰ ਫਿਰ ਉਵੇਂ ਦਾ ਉਵੇਂ ਔਰ ਫਿਰ ਹੋਇਆ ਵੀ ਬੜੇ ਉੱਚੇ ਪੱਧਰ ਤੋਂ ਜੀ। ਤੇ ਮੰਤਰੀ ਜੀ ਫਸੇ ਨੇ ਜਾਂ ਤਾਂ ਕੋਈ ਸਧਾਰਨ ਬੰਦਾ ਕੋਈ ਪੁਲਿਸ ਵਾਲਾ ਕੋਈ ਕਾਨੂੰਗੋ ਕੋਈ ਪਟਵਾਰੀ ਕੋਈ ਦੂਸਰੀ ਗੱਲ ਇਹ ਹੈ ਕਿ ਤੁਹਾਡਾ ਤਾਂ ਆਪਣਾ ਕਿਰਦਾਰ ਜਿਹੜਾ ਹੈ ਉਹਦੇ ਤੇ ਸਵਾਲੀਆ ਚਿੰਨ੍ਹ ਲੱਗਿਆ ਹੋਇਆ ਜੇ ਤੁਸੀਂ ਇੱਕੋ ਗੱਲ ਦਾ ਜਵਾਬ ਦੇ ਦਿਓ ਕਿ ਉਹ ਪੈਸਾ ਜਿਹੜਾ ਤੁਸੀਂ ਬਾਹਰੋਂ ਇਕੱਠਾ ਕੀਤਾ ਸੀ ਜੀ, ਜਿਹੜਾ ਆਪਣੀ ਵੈਬਸਾਈਟ ਤੇ ਪਾਉਣਾ ਸੀ ਉਹ ਕਿਉਂ ਨਹੀਂ ਪਾਇਆ ਗਿਆ ਬਿਲਕੁਲ ਕਿਉਂ ਖਰਚ ਕਿੱਥੇ ਕੀਤਾ ਗਿਆ ਬਸ ਇੰਨੀ ਗੱਲ ਦਾ ਜਵਾਬ ਦੇ ਦਿਓ ਜੀ। ਤੇ ਜੇਕਰ ਇਸ ਗੱਲ ਦਾ ਜਵਾਬ ਦੇ ਦੇਣ ਤਾਂ ਫਿਰ ਮੈਨੂੰ ਲੱਗਦਾ ਕਿ ਇਸ ਤਰੀਕੇ ਦੇ ਨਾਲ ਮੰਤਰੀ ਕੱਢਣ ਦੀ ਜ਼ਰੂਰਤ ਨਹੀਂ ਪਊਗੀ। ਪਰ ਸ਼੍ਰੋਮਣੀ ਅਕਾਲੀ ਦਲ ਵਾਲੇ ਕਹਿੰਦੇ ਪਏ ਨੇ ਕਿ ਅਰਵਿੰਦ ਕੇਜਰੀਵਾਲ ਦੇ ਉੱਤੇ ਲੱਗੇ ਹੋਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਛੁਪਾਉਣ ਦੇ ਲਈ ਔਰ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਇਹੋ ਜਿਹੀ ਕਾਰਵਾਈ ਜਿਹੜੀ ਹੈ ਭਗਵੰਤ ਮਾਨ ਦੇ ਵੱਲੋਂ ਕੀਤੀ ਜਾ ਰਹੀ ਹੈ। ਸੋ ਇਹ ਗੱਲ ਹੈਗੀ ਹੈ ਕਿ ਤੁਸੀਂ ਜੋ ਕਰਦੇ ਹੋ ਜੋ ਕਹਿੰਦੇ ਹੋ ਜਦੋਂ ਤੁਸੀਂ ਉਹ ਨਹੀਂ ਕਰਦੇ ਇਹਦਾ ਮਤਲਬ ਤੁਸੀਂ ਭ੍ਰਿਸ਼ਟ ਕਿਰਦਾਰ ਹੋ ਜੀ। ਤੁਸੀਂ ਪੈਸੇ ਖਾਣੇ ਹੋ ਕਿ ਨਹੀਂ ਖਾਣੇ ਜਦੋਂ ਤੁਸੀਂ ਕਹੇ ਹੋਏ ਆਪਣੇ ਅਲਫਾਜ਼ ਨੂੰ ਪੂਰਾ ਨਹੀਂ ਕਰਦੇ ਤਾਂ ਫਿਰ ਇਹਦਾ ਮਤਲਬ ਹੈ ਕਿ ਤੁਸੀਂ ਕੋਈ ਵੀ ਭ੍ਰਿਸ਼ਟ ਕੰਮ ਕਰ ਸਕਦੇ ਕੋਈ ਵੀ। ਸਤਿ ਸ਼੍ਰੀ ਅਕਾਲ, HSN TV ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਚੰਗੇਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਮੈਂ ਹਾਂ ਸ਼ੀਤਲ। ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਮਾਹਿਰ ਮਹਿਮਾਨ ਸਾਡੇ ਸਟੂਡੀਓ 'ਚ ਮੌਜੂਦ ਨੇ ਮਿਸਟਰ ਬਲਜੀਤ ਸਿੰਘ ਸਰ। ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਸ਼ੁਕਰੀਆ ਸ਼ੀਤਲ ਜੀ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਸਰ ਸਭ ਤੋਂ ਪਹਿਲਾਂ ਅੱਜ ਗੱਲ ਕਰਾਂਗੇ, ਕੱਲ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ। ਦੁਪਹਿਰ ਤੋਂ ਬਾਅਦ ਇੱਕ ਇਹੋ ਜਿਹੀ ਖਬਰ ਆਈ ਜਿਨੇ ਸਾਰੇ ਮੀਡੀਆ ਦੇ ਵਿੱਚ ਹਲਚਲ ਕਰ ਦਿੱਤੀ। ਹਲਚਲ ਹੋਣੀ ਵੀ ਸੀ ਕਿਉਂਕਿ ਖਬਰ ਹੀ ਬਹੁਤ ਵੱਡੀ ਸੀ। ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਕਿਸੇ ਮੁੱਖ ਮੰਤਰੀ ਦੇ ਵੱਲੋਂ ਆਪਣੀ ਹੀ ਮੰਤਰੀ ਮੰਡਲ ਦੇ ਕਿਸੇ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਦੇ ਹੇਠ ਬਰਖਾਸਤ ਕਰ ਦਿੱਤਾ ਗਿਆ ਹੋਵੇ, ਉਸ ਦੀ ਗ੍ਰਿਫਤਾਰੀ ਵੀ ਕਰਵਾ ਦਿੱਤੀ ਗਈ ਹੋਵੇ। ਗੱਲ ਕਰਦੇ ਹਾਂ ਸਿਹਤ ਮੰਤਰੀ ਵਿਜੇ ਸਿੰਗਲਾ ਦੀ। ਕੱਲ ਦੁਪਹਿਰ ਮੁੱਖ ਮੰਤਰੀ ਦੇ ਆਏ ਇੱਕ ਬਿਆਨ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਨੂੰ ਵਜ਼ਾਰਤ ਦੇ ਵਿੱਚੋਂ ਵੀ ਕੱਢ ਦਿੱਤਾ। ਦੇਖੋ ਇੱਕ ਕਹਿੰਦੇ ਦੰਦਾਂ ਦੇ ਡਾਕਟਰ ਸਨ ਜਿਹੜੇ ਵਿਜੇ ਸਿੰਗਲਾ ਸਨ ਔਰ ਇਹਨਾਂ ਦਾ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਕਲੀਨਿਕ ਸੀ, ਬਹੁਤ ਸਾਲਾਂ ਤੋਂ ਇੱਕ ਕਲੀਨਿਕ ਚਲਾ ਰਹੇ ਸੀ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਇਹੋ ਜਿਹੀ ਹਵਾ ਆਈ ਜਿਹਦੇ ਵਿੱਚ ਆਮ ਵਿਅਕਤੀ ਨੂੰ ਮੰਤਰੀ ਬਣਨ ਦਾ ਮੌਕਾ ਮਿਲਿਆ, ਜਿਹਦੇ ਵਿੱਚ ਇਹ ਵੀ ਸਿਹਤ ਮੰਤਰੀ ਬਣੇ ਸਨ। ਪਰ ਭ੍ਰਿਸ਼ਟਾਚਾਰ ਦਾ ਇਹਨਾਂ ਦੇ ਉੱਤੇ ਦੋਸ਼ ਜਿਹੜਾ 1.5 ਮਹੀਨੇ ਤੋਂ ਬਾਅਦ ਹੀ ਤਕਰੀਬਨ ਲੱਗ ਗਿਆ, ਜਿਸ ਕਾਰਨ ਇੱਕਦਮ ਹੀ ਇਹਨਾਂ ਦਾ ਜਿਹੜਾ ਆਪਾਂ ਕਵਾਂਗੇ ਕਿ ਸੱਤਾ ਇਹਨਾਂ ਦੀ ਪਲਟ ਗਈ ਹੈ। ਕੀ ਕਹੋਗੇ ਇਸ ਮੁੱਦੇ ਬਾਰੇ? ਦੇਖੋ ਸ਼ੀਤਲ ਜੀ, ਪਹਿਲੀ ਨਜ਼ਰੇ ਜੇ ਵੇਖਿਆ ਜਾਵੇ ਤਾਂ ਬੜਾ ਸ਼ਲਾਘਾਯੋਗ ਕਦਮ ਹੈ ਜੀ ਕਿ ਕਿਸੇ ਮੰਤਰੀ ਨੂੰ, ਇਹ ਸਿਹਤ ਮੰਤਰੀ ਸਨ, ਉਹਨਾਂ ਨੂੰ ਵਜ਼ਾਰਤ ਤੋਂ ਬਰਖਾਸਤ ਕੀਤਾ ਗਿਆ ਭ੍ਰਿਸ਼ਟਾਚਾਰ ਦੇ ਆਰੋਪਾਂ ਕਾਰਨ। ਔਰ ਮੁੱਖ ਮੰਤਰੀ ਨੇ ਇਸ ਦੀ ਬਹੁਤ ਪਹਿਲਾਂ ਮਤਲਬ ਜਾਣਕਾਰੀ ਹਾਸਲ ਕਰ ਲਈ ਸੀ ਕਿ ਇਹ ਵਿਅਕਤੀ ਹੈ ਜਿਹੜਾ ਇਹ ਭ੍ਰਿਸ਼ਟਾਚਾਰ ਕਰ ਰਿਹਾ। ਲੇਕਿਨ ਫਿਰ ਹੌਲੀ ਹੌਲੀ ਸਬੂਤ ਇਕੱਠੇ ਕੀਤੇ ਗਏ, ਆਡੀਓ ਰਿਕਾਰਡਿੰਗ ਹੋਈ। ਜਿਹੜੇ ਚੀਫ ਇੰਜੀਨੀਅਰ ਸੀਗੇ ਉਹਨਾਂ ਨੇ ਸ਼ਿਕਾਇਤ ਕੀਤੀ, ਆਪਣੇ ਉੱਚ ਅਧਿਕਾਰੀਆਂ ਨੇ, ਉਹਨਾਂ ਨੇ ਮੁੱਖ ਮੰਤਰੀ ਦੇ ਜਾਣਕਾਰੀ ਦੇ ਵਿੱਚ ਇਹ ਗੱਲ ਲਿਆਂਦੀ। ਫਿਰ ਇੱਕ ਬੰਦ ਕਮਰਾ ਸੀ ਜਿੱਥੇ ਕੈਮਰੇ ਲੱਗੇ ਹੋਏ ਸੀ, ਉੱਥੇ ਜਦੋਂ ਸਾਰੀ ਇਹ ਗੱਲਬਾਤ ਹੋਈ ਉਹ ਰਿਕਾਰਡ ਹੋ ਗਈ। 3 ਘੰਟੇ ਦੀ ਆਡੀਓ ਰਿਕਾਰਡਿੰਗ ਸੀ ਤੇ ਨਤੀਜਾ ਇਹ ਹੋਇਆ ਕਿ ਅਲਟੀਮੇਟਲੀ ਇਹ ਮੰਨ ਗਏ ਕਿ ਹਾਂ ਮੈਂ ਕਸੂਰਵਾਰ ਹਾਂ। ਔਰ ਇਹਨਾਂ ਦਾ ਜਿਹੜਾ ਆਪਣਾ ਹੀ ਭਤੀਜਾ ਸੀਗਾ ਉਹ SDC ਜੀ ਨੇ ਰਿਸ਼ਵਤ ਦੀ ਮੰਗ ਕੀਤੀ ਸੀ ਕਿ ਮੈਨੂੰ ਜਿਹੜੇ ਪੁਰਾਣੇ ਵੀ ਪਹਿਲਾਂ ਬਹੁਤ ਕਰੋੜੀ ਕੰਮ ਨੇ ਜਿਹੜੇ ਸਿਹਤ ਮੰਤਰਾਲੇ ਨਾਲ ਤਾਲੁਕ ਰੱਖਦੇ ਉਹ ਤੇ ਮੌਜੂਦਾ, ਉਹਦੇ ਵਿੱਚੋਂ ਮੈਨੂੰ 1 ਕਰੋੜ ਤੇ 16 ਲੱਖ ਦੇ ਕਰੀਬ 1% ਜਿਹੜਾ ਉਹ ਹਿੱਸਾ ਦਿੱਤਾ ਜਾਵੇ। ਇਹ ਤੇ ਵਿਅੰਗ ਵੀ ਕੱਸੇ ਜਾ ਰਹੇ ਨੇ ਕਿ ਯਾਰ 1% ਕੀ ਹੋਇਆ, ਜਦ ਕਿ ਅਕਾਲੀਆਂ ਦੇ ਰਾਜ ਦੇ ਵਿੱਚ, ਕਾਂਗਰਸ ਦੇ ਰਾਜ ਦੇ ਵਿੱਚ ਤੱਕ 25% ਤੇ 30% ਜਿਹੜਾ ਸੀ ਭ੍ਰਿਸ਼ਟਾਚਾਰ ਹੁੰਦਾ ਰਿਹਾ ਜੀ। ਸੋ ਗੱਲ ਇਹ ਹੈ। ਹੁਣ ਦੇਖੋ ਇਹ ਹੈ ਕਿ ਪਹਿਲੀ ਨਜ਼ਰੇ ਤਾਂ ਇਹ ਮੈਨੂੰ ਲੱਗਦਾ ਕਿ ਬਹੁਤ ਵੱਡਾ ਕਦਮ ਹੈ ਜੀ, ਬਿਲਕੁਲ। ਪਰ ਜੇ ਇਹਨੂੰ ਬਾਰੀਕੀ ਨਾਲ ਦੇਖਿਆ ਜਾਵੇ ਤਾਂ ਫਿਰ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਆ। ਤੁਹਾਨੂੰ ਪਤਾ ਨਾ ਵੀ ਗੱਜਣ ਮਾਜਰਾ ਜੀ ਬੈਂਕ ਘੁਟਾਲੇ ਨਾਲ ਕਰਕੇ ਉਹ ਬਦਨਾਮ ਵੀ ਹੋਏ ਔਰ ਬੜੇ ਸਵਾਲ ਵੀ ਉੱਠੇ ਕਿ ਇਹੋ ਜਿਹੇ ਵਿਅਕਤੀ ਤੁਹਾਡੀ ਪਾਰਟੀ 'ਚ ਸ਼ਾਮਿਲ ਨੇ ਜੀ। ਜੈ ਕਿਸ਼ਨ ਰੋੜੀ ਹੋਰਾਂ ਦੇ ਉੱਪਰ ਇਹ ਆਰੋਪ ਲੱਗਿਆ ਕਥਿਤ ਤੌਰ ਤੇ ਕਿ ਉਹ ਵੱਢੀ ਲੈ ਕੇ ਤੇ ਬਦਲੀਆਂ ਕਰਦੇ ਨੇ। ਤੇ ਜਿਹੜੇ ਧਾਲੀਵਾਲ ਸਾਹਿਬ ਨੇ ਇਹਨਾਂ ਦੇ, ਉਹਨਾਂ ਤੇ ਇਹ ਹੋਇਆ ਕਿ ਉਹਨਾਂ ਨੇ ਮਤਲਬ ਜ਼ਮੀਨ ਘੁਟਾਲੇ ਦੇ ਸੰਬੰਧ ਵਿੱਚ ਜੋ ਘੁਟਾਲਾ ਉਹਨਾਂ ਨੇ ਕੀਤਾ ਉਹਦੇ ਤੇ ਪਰਦਾ ਪਾਇਆ ਗਿਆ ਜੀ। ਚਲੋ ਮੰਨ ਲਓ ਕਿ ਸਾਰੀਆਂ ਗੱਲਾਂ ਝੂਠੀਆਂ ਨੇ, ਪਰ ਤੁਹਾਨੂੰ ਯਾਦ ਹੋਣਾ ਹੈ ਕਿ ਸੁੱਚਾ ਸਿੰਘ ਛੋਟੇਪੁਰ ਜਿਹੜੇ ਆਮ ਆਦਮੀ ਪਾਰਟੀ ਦੇ ਪਹਿਲਾਂ ਕਨਵੀਨਰ ਸੀਗੇ ਜੀ, ਉਹਨਾਂ ਨੇ ਇੱਕ ਪੱਤਰਕਾਰ ਸੰਮੇਲਨ ਦੇ ਵਿੱਚ ਇਹ ਗੱਲ ਬਾਵਾਜ਼ੇ ਬੁਲੰਦ ਕਹੀ ਸੀ ਕਿ ਟਿਕਟਾਂ ਵੇਚੀਆਂ ਜਾ ਰਹੀਆਂ ਨੇ। ਬਿਲਕੁਲ ਜੀ। ਔਰ ਉਹਨਾਂ ਇਕੱਲਿਆਂ ਨੇ ਨਹੀਂ ਕਹੀਆਂ ਸੀ ਇਹ ਗੱਲ, ਬਹੁਤ ਜਾਣਿਆਂ ਨੇ, ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਕਾਰਜਕਰਤਾਵਾਂ ਨੇ, ਆਗੂਆਂ ਨੇ ਵੀ ਪੱਤਰਕਾਰ ਸੰਮੇਲਨ ਕਰਕੇ ਮੁਹਾਲੀ ਤੇ ਹੋਰ ਥਾਵਾਂ ਦੇ ਉੱਪਰ ਇਹ ਗੱਲ ਕਹੀ ਸੀ ਕਿ ਜਿਹੜਾ ਰਾਘਵ ਚੱਡਾ ਹੈ ਉਹ ਕਥਿਤ ਤੌਰ ਤੇ
2 ਕਰੋੜ ਤੋਂ 2.5 ਕਰੋੜ 3 ਕਰੋੜ ਲੈ ਕੇ ਟਿਕਟਾਂ ਵੇਚੀ ਜਾ ਰਿਹਾ ਜੀ। ਔਰ ਇਸ ਤਰ੍ਹਾਂ ਦੀਆਂ ਵੀ ਮਿਸਾਲਾਂ ਸੀਗੀਆਂ ਕਿ ਜਿਹੜੇ ਵਿਅਕਤੀ ਲੰਮੇ ਸਮੇਂ ਤੱਕ ਇਸ ਪਾਰਟੀ ਨਾਲ ਜੁੜੇ ਰਹੇ ਔਰ ਜਿਨ੍ਹਾਂ ਨੂੰ ਉਮੀਦਵਾਰ ਬਣਨ ਦੀ ਮਤਲਬ ਆਸ ਸੀਗੀ, ਉਹਨਾਂ ਨੂੰ ਤਾਂ ਕੱਢ ਦਿੱਤਾ ਗਿਆ ਤੇ ਰਾਤੋਂ ਰਾਤੀ ਪੈਰਾਸ਼ੂਟ ਨਾਲ ਜਿਹੜੇ ਉਤਰੇ ਸੀਗੇ ਉਹਨਾਂ ਨੂੰ ਮਤਲਬ ਟਿਕਟਾਂ ਦਿੱਤੀਆਂ ਗਈਆਂ ਸੀ। ਬਿਲਕੁਲ ਅਚਾਨਕ ਇਸ ਤਰ੍ਹਾਂ ਹੋਇਆ ਸੀਗਾ। ਔਰ ਇੱਕ ਹੋਰ ਵੀ ਅਹਿਮ ਗੱਲ ਹੈ, ਜਦੋਂ ਇਹ ਸਾਰੀਆਂ ਗੱਲਾਂ ਹੋ ਰਹੀਆਂ ਸਨ, ਜਦੋਂ ਇਲਜ਼ਾਮ ਲੱਗ ਰਹੇ ਸਨ ਕਿ ਟਿਕਟਾਂ ਵੇਚੀਆਂ ਜਾ ਰਹੀਆਂ ਨੇ, ਤਾਂ ਉਸ ਵੇਲੇ ਰਾਘਵ ਚੱਢਾ ਨੇ ਇੱਕ ਪੱਤਰਕਾਰ ਸੰਮੇਲਨ ਦੇ ਵਿੱਚ ਇਹ ਗੱਲ ਕਹੀ ਸੀ ਕਿ ਕੋਈ ਗੱਲ ਨਹੀਂ, ਸਾਡੀ ਸਰਕਾਰ ਆ ਜਾਣ ਦਿਓ, ਅਸੀਂ ਕੱਲੇ ਨੂੰ ਠੋਕਾਂਗੇ। ਇਹ ਸ਼ਬਦ ਸੀ ਉਹਨਾਂ ਦੇ। ਔਰ ਅਸੀਂ ਮਾਣਹਾਨੀ ਦਾ ਇਹਨਾਂ ਤੇ ਮੁਕੱਦਮਾ ਕਰਾਂਗੇ। ਲੇਕਿਨ ਅੱਜ ਤੱਕ ਕਿਸੇ ਨੇ ਮਾਣਹਾਨੀ ਦਾ ਉਹਨਾਂ ਤੇ ਮੁਕੱਦਮਾ ਨਹੀਂ ਕੀਤਾ ਜਿਨ੍ਹਾਂ ਨੇ ਇਹ ਆਰੋਪ ਲਾਏ ਸੀ। ਔਰ ਸੁੱਚਾ ਸਿੰਘ ਛੋਟੇਪੁਰ ਨੇ ਇੱਕ ਹੋਰ ਵੀ ਗੱਲ ਕਹੀ ਸੀ ਕਿ ਅਰਵਿੰਦ ਕੇਜਰੀਵਾਲ ਨੇ ਜਿਹੜੀਆਂ ਪਹਿਲਾਂ ਇਲੈਕਸ਼ਨਸ ਹੋਈਆਂ ਸੀਗੀਆਂ ਸਨ 2017 ਦੇ ਵਿੱਚ, ਉਦੋਂ ਬਾਹਰੋਂ ਜਿਹੜੇ ਫੰਡ ਆਏ ਸੀ NRIs ਵੱਲੋਂ, ਪ੍ਰਵਾਸੀ ਪੰਜਾਬੀਆਂ ਵੱਲੋਂ ਵਿਸ਼ੇਸ਼ ਕਰਕੇ ਤੇ ਪ੍ਰਵਾਸੀ ਭਾਰਤੀਆਂ ਵੱਲੋਂ ਪਾਰਟੀ ਨੂੰ ਜਿਹੜੇ ਮਿਲੇ ਸੀ, ਉਹਦੇ ਸਬੰਧ ਵਿੱਚ ਅਰਵਿੰਦ ਕੇਜਰੀਵਾਲ ਨੇ ਗੱਲ ਕਹੀ ਸੀ ਕਿ ਅਸੀਂ ਪਾਈ ਦਾ ਹਿਸਾਬ ਜਿਹੜਾ ਆਪਣੀ ਵੈਬਸਾਈਟ ਤੇ ਪਾਵਾਂਗੇ, ਪਰ ਨਹੀਂ ਪਾਇਆ ਗਿਆ। ਲੇਕਿਨ ਉਹਨਾਂ ਨੇ ਫਿਰ ਇਹ ਗੱਲ ਕਹੀ ਕਿ ਉਹ ਸਾਰੇ ਫੰਡ ਹੜਪ ਗਿਆ। ਜੇ ਇਹ ਪਾਰਟੀ ਵਾਕਈ ਇਮਾਨਦਾਰ ਹੈ, ਜੇ ਭਗਵੰਤ ਮਾਨ ਹੋਰੀ ਵਾਕਈ ਭ੍ਰਿਸ਼ਟਾਚਾਰ ਦੇ ਖਿਲਾਫ ਨੇ, ਜੇ ਅਰਵਿੰਦ ਕੇਜਰੀਵਾਲ ਦੀਆਂ ਅੱਖਾਂ 'ਚੋਂ ਹੱਥਰੂ ਆ ਗਏ ਨੇ ਇਹ ਫੈਸਲਾ ਭਗਵੰਤ ਮਾਨ ਦਾ ਸੁਣ ਕੇ, ਤਾਂ ਫਿਰ ਉਹ ਹਿਸਾਬ ਦੇ ਦੇਣ ਕਿ ਜਿਹੜਾ ਪੈਸਾ ਬਾਹਰੋਂ ਆਇਆ ਸੀ ਉਹ ਕਿੱਧਰ ਗਿਆ। ਔਰ ਫਿਰ ਜਿਨ੍ਹਾਂ ਦੇ ਉੱਪਰ ਆਰੋਪ ਲੱਗੇ ਨੇ, ਜਿਵੇਂ ਜੈ ਕਿਸ਼ਨ ਰੋੜੀ ਹੈ, ਗੱਜਣ ਮਾਜਰਾ ਹੈ ਤੇ ਕੁਲਦੀਪ ਸਿੰਘ ਧਾਲੀਵਾਲ ਨੇ, ਇਹਨਾਂ ਦੇ ਸਬੰਧ ਵਿੱਚ ਜੋ ਲੋਕ ਕਹਿ ਰਹੇ ਨੇ ਉਹਦੀ ਤਹਿਕੀਕਾਤ ਹੋਣੀ ਚਾਹੀਦੀ ਹੈ। ਵਾਕਈ ਜੇ ਤੁਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਹੋ ਤਾਂ ਫਿਰ ਇਹ ਗੱਲ ਵੀ ਤੁਸੀਂ ਦੱਸੋ ਕਿ ਲੋਕ ਇਹ ਕਹਿ ਰਹੇ ਨੇ, ਬਹੁਤ ਸਾਰੇ ਆਗੂ ਵੀ ਇਹ ਕਹਿ ਰਹੇ ਨੇ ਕਿ ਰਾਜ ਸਭਾ ਦੀ ਮੈਂਬਰੀ ਵਾਸਤੇ ਕੁਝ ਇੱਕ ਵਿਅਕਤੀਆਂ ਤੋਂ 30 ਕਰੋੜ 32 ਕਰੋੜ ਰੁਪਇਆ ਲਿਆ ਗਿਆ। ਔਰ ਤੁਸੀਂ ਵੇਖਿਆ ਹੀ ਹੈ ਕਿ ਜਿਹੜੇ ਬੰਦੇ ਰਾਜ ਸਭਾ ਦੇ ਵਿੱਚ ਭੇਜੇ ਗਏ ਉਹ ਕਿੰਨੇ ਕੁ ਮਤਲਬ ਇਹ ਕਾਬਿਲ ਸੀ, ਬਿਲਕੁਲ ਕਾਬਿਲ ਸੀਗੇ, ਜਾਂ ਉਹਨਾਂ ਦੀ ਬੈਕਗ੍ਰਾਉਂਡ ਕੀ ਸੀਗੀ। ਆਪਾਂ ਪਹਿਲਾਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਉਹਨਾਂ ਬਾਰੇ ਗੱਲ ਕੀਤੀ ਹੈ। ਪਰ ਇੱਕ ਅਚਾਨਕ ਜਿਹੜਾ ਕੱਲ ਭਗਵੰਤ ਮਾਨ ਉਹਨਾਂ ਨੇ ਇੰਨਾ ਸਖਤੀ ਵਾਲਾ ਜਿਹੜਾ ਰੁੱਖ ਅਪਣਾਇਆ ਆਪਣੇ ਹੀ ਮੰਤਰੀ ਦੇ ਲਈ, ਉਹਦੇ ਵਿੱਚ ਇੱਕ ਬਲਜੀਤ ਸਰ ਇਹ ਵੀ ਗੱਲ ਆਉਂਦੀ ਹੈ ਕਿ ਦੇਖੋ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਸੀਗਾ ਕਿ ਕਿਸੇ ਇੱਕ ਪਾਰਟੀ ਨੂੰ ਇੰਨੀ ਵੱਡਾ ਬਹੁਮਤ ਮਿਲਿਆ ਹੋਵੇ ਕਿ ਉਹਨਾਂ ਨੂੰ 92 ਉਹਨਾਂ ਦੇ ਵਿਧਾਇਕ ਜਿਹੜੇ ਸੀਗੇ, ਉਹਨਾਂ 92 ਦੇ ਵਿੱਚੋਂ ਇੱਕ ਤਾਂ ਵਿਜੇ ਸਿੰਗਲਾ ਜੀ ਜਿਨ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਦਾ ਆਰੋਪ ਲੱਗਿਆ ਤੇ ਉਹਨਾਂ ਨੂੰ ਹੁਣ ਕੱਢ ਦਿੱਤਾ, ਤੇ ਰਹਿ ਗਏ 91 ਦੇ ਵਿੱਚੋਂ ਵੀ ਇੱਕ ਇਹੋ ਜਿਹੇ ਵਿਧਾਇਕ ਨੇ ਜਿਨ੍ਹਾਂ ਦੇ ਉੱਤੇ ਹਜੇ ਕੇਸ ਦੀ ਗੱਲਬਾਤ ਚੱਲਦੀ ਪਈ ਹੈ। ਸੋ ਆਪਾਂ ਰਹਿ ਗਏ ਗੱਲ ਆਪਾਂ ਕਰਾਂਗੇ 90 ਦੇ ਵਿੱਚੋਂ ਇੱਕ ਤਾਂ ਮੁੱਖ ਮੰਤਰੀ ਆਪ ਨੇ ਤੇ ਰਹਿ ਗਏ ਨੇ 99। ਟੋਟਲ 92 ਨੇ ਜੀ। 92 ਦੇ ਵਿੱਚੋਂ ਇੱਕ ਮੁੱਖ ਮੰਤਰੀ ਬਣ ਗਏ, 91 ਨੇ ਤੇ 91 ਦੇ ਵਿੱਚੋਂ ਇੱਕ ਤਾਂ ਵਿਜੇ ਸਿੰਗਲਾ ਜੀ ਚਲੇ ਗਏ ਨੇ, ਹੁਣ ਰਹਿ ਗਏ 90। ਆਪਾਂ ਇਹਨਾਂ 90 ਦੀ ਗੱਲ ਕਰਦੇ ਹਾਂ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਕੱਲ ਇਹਨਾਂ ਨੇ ਇੱਕ ਸਖਤੀ ਵਾਲਾ ਸਟੈਪ ਚੱਕਿਆ ਆਪਣੇ ਇੱਕ ਮੰਤਰੀ ਦੇ ਲਈ, ਬਾਕੀ ਦੇ ਜਿਹੜੇ 90 ਬੱਚੇ ਨੇ ਉਹਨਾਂ ਦੇ ਹੁਣ ਕੰਨ ਜਿਹੜੇ ਖੜੇ ਹੋ ਜਾਣਗੇ? ਦੇਖੋ ਗੱਲ ਇਹ ਹੁੰਦੀ ਹੈ, ਬੜੀਆਂ ਚੋਰ ਮੋਰੀਆਂ ਹੁੰਦੀਆਂ ਨੇ। ਜਿਹੜਾ ਭ੍ਰਿਸ਼ਟਾਚਾਰ ਹੈ ਨਾ, ਇਹ ਸਿਰਫ ਪੈਸੇ ਦਾ ਲੈਣ ਦੇਣ ਨਹੀਂ 2 ਨੰਬਰ ਦੇ, ਜਾਂ ਇਹਨੂੰ ਆਪਾਂ ਰਿਸ਼ਵਤਖੋਰੀ ਨਾਲ ਹੀ ਨਹੀਂ ਇਕੱਲਾ ਜੋੜ ਸਕਦੇ। ਭ੍ਰਿਸ਼ਟਾਚਾਰ ਦਾ ਮਤਲਬ ਹੈ ਭ੍ਰਿਸ਼ਟ ਆਚਾਰ, ਠੀਕ ਹੈ ਜੀ। ਉਹਦੇ ਤੁਹਾਡਾ ਝੂਠ ਬੋਲਣਾ ਵੀ ਸ਼ਾਮਿਲ ਹੈ, ਲੋਕਾਂ ਨੂੰ ਧੋਖਾ ਦੇਣਾ ਵੀ ਸ਼ਾਮਿਲ ਹੈ, ਲੋਕਾਂ ਨਾਲ ਵੱਡੇ ਵਾਅਦੇ ਕਰ ਕਰਕੇ ਮੁੱਕਰ ਜਾਣਾ ਵੀ ਸ਼ਾਮਿਲ ਹੈ ਜੀ, ਬਿਲਕੁਲ ਠੀਕ। ਔਰ ਉਹਦੇ ਵਿੱਚ ਜਦੋਂ ਤੁਸੀਂ ਕੋਈ ਲੋਕਾਂ ਨਾਲ ਵਾਅਦਾ ਕਰਦੇ ਹੋ ਜਾਂ ਕਦੇ ਤੁਸੀਂ ਕੋਈ ਦਾਅਵਾ ਕਰਦੇ ਹੋ ਤੇ ਉਸ ਤੇ ਤੁਸੀਂ ਖਰੇ ਨਹੀਂ ਉਤਰਦੇ, ਇਹਦਾ ਮਤਲਬ ਤੁਹਾਡਾ ਆਚਾਰ ਭ੍ਰਿਸ਼ਟ ਹੈ, ਤੁਹਾਡੀ ਜ਼ੁਬਾਨ ਜਿਹੜੀ ਹੈ। ਬਹੁਤ ਸਾਰੇ ਲੋਕ ਪੁੱਛ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਉਹੀ ਬੰਦਾ ਨਾ ਜਿਹੜਾ ਕਦੇ ਕਹਿੰਦਾ ਸੀਗਾ ਕਿ ਸੁਰੱਖਿਆ ਦੀ ਕੀ ਜ਼ਰੂਰਤ ਹੈ ਆਗੂਆਂ ਨੂੰ, ਮੰਤਰੀਆਂ ਨੂੰ, ਸੁਰੱਖਿਆ ਤਾਂ ਲੋਕਾਂ ਨੂੰ ਮਿਲਣੀ ਚਾਹੀਦੀ ਹੈ, ਤੇ ਅੱਜ ਉਹ 100 ਬੰਦਿਆਂ ਦੀ ਫੌਜ ਲੈ ਕੇ ਘੁੰਮ ਰਿਹਾ, ਠੀਕ ਹੈ। ਤਾਂ ਫਿਰ ਇਹ ਕੀ ਹੋਇਆ? ਇਹਦਾ ਮਤਲਬ ਉਹ ਜੋ ਕਹਿੰਦਾ ਸੀਗਾ ਉਹਦੇ ਤੇ ਖਰਾ ਨਹੀਂ ਉਤਰਿਆ। ਔਰ ਫਿਰ ਉਸ ਨੂੰ ਡਰ ਕਿਸ ਗੱਲ ਦਾ? ਜੇ ਉਸ ਨੂੰ ਕੋਈ ਡਰ ਹੈ, ਇਹਦਾ ਮਤਲਬ ਉਹਨੇ ਕੋਈ ਗਲਤ ਕੰਮ ਕੀਤਾ। ਜਿਹੜਾ ਬੰਦਾ ਠੀਕ ਕੰਮ ਕਰਦਾ ਹੈ, ਜਿਹੜਾ ਬੰਦਾ ਸੱਚ ਦੇ ਰਾਹ ਤੇ ਤੁਰਦਾ, ਉਹਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ, ਠੀਕ ਹੈ। ਅੱਛਾ, ਫਿਰ ਇਹ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਕਾਰਗੁਜ਼ਾਰੀ ਇਹ ਹੈ ਕਿ ਪਹਿਲਾਂ ਇਹਨਾਂ ਨੇ ਇਹ ਐਲਾਨ ਕੀਤਾ ਸੀ ਕਿ 300 ਯੂਨਿਟ ਬਿਜਲੀ ਹਰ ਪਰਿਵਾਰ ਨੂੰ ਮੁਫਤ ਦੇਵਾਂਗੇ, ਠੀਕ। ਉਸ ਤੋਂ ਬਾਅਦ ਫਿਰ ਇਹਨਾਂ ਦਾ ਇਹ ਤਰੀਕਾਕਾਰ ਬਦਲ ਗਿਆ ਔਰ ਇਹਨਾਂ ਦੇ ਉਸ ਦਾਅਵੇ ਦੇ ਵਿੱਚ ਫਿਰ ਪੇਤਲਾਪਣ ਆ ਗਿਆ। ਫਿਰ ਇਹਨਾਂ ਨੇ ਕਹਿਤਾ ਕਿ ਨਹੀਂ ਜੀ, ਜਿਹੜੇ BPL ਵਾਲੇ ਨੇ ਜਾਂ ਮਤਲਬ ਦੂਸਰੇ ਨੇ 1.5 ਕਿਲੋਵਾਟ ਖਪਤ ਵਾਲੇ ਨੇ, ਉਹਨਾਂ ਦੀ ਬਿਜਲੀ ਮਾਫ ਕਰਾਂਗੇ ਅਸੀਂ, ਮਤਲਬ ਇਸ ਤਰ੍ਹਾਂ ਕਰਨ ਲੱਗੇ। ਔਰ ਲੋਕਾਂ ਨੇ ਉਦੋਂ ਹੀ ਸਵਾਲ ਕਰਨੇ ਸ਼ੁਰੂ ਕਰਤੇ ਵੀ ਉਹ ਗੱਪ ਫਿਰ ਕਿਉਂ ਮਾਰਿਆ ਸੀ। ਬਿਲਕੁਲ 1000 ਰੁਪਏ ਇਹ ਦਾਅਵਾ ਕਰਦੇ ਨੇ ਕਿ ਹਰ ਇੱਕ ਮਹਿਲਾ ਦੇ ਖਾਤੇ 'ਚ ਪਾਵਾਂਗੇ, ਬਾਅਦ ਦੇ ਵਿੱਚ ਕਹਿਣ ਲੱਗੇ ਨਹੀਂ ਜਦੋਂ ਖਜ਼ਾਨਾ ਭਰੇਗਾ। ਪਹਿਲਾਂ ਇਹ ਕਹਿੰਦੇ ਸੀਗੇ ਉਹਨਾਂ ਦੇ ਜਿਹੜੇ ਪਿਛਲੀਆਂ ਪਾਰਟੀਆਂ ਉਹਨਾਂ ਦੇ ਖਜ਼ਾਨੇ ਪੀਪਾ ਨੇ, ਤੇ ਹੁਣ ਤੁਹਾਡਾ ਆਪਣਾ ਪੀਪਾ ਬਣਿਆ ਪਿਆ। ਬਿਲਕੁਲ ਤੁਸੀਂ ਭ੍ਰਿਸ਼ਟਾਚਾਰ ਦੀ ਪਰਿਭਾਸ਼ਾ ਨਾਲ ਸਾਨੂੰ ਜਾਣੂ ਕਰਵਾ ਰਹੇ ਹੋ ਕਿ ਭ੍ਰਿਸ਼ਟਾਚਾਰ ਸਿਰਫ ਪੈਸਿਆਂ ਦਾ ਹੀ ਨਹੀਂ ਹੁੰਦਾ,
ਗੱਲ ਕਹਿ ਕੇ ਐਲਾਨ ਕਰਕੇ ਉਤੋਂ ਮੁੱਕਰ ਜਾਣਾ ਮੁੱਕਰ ਜਾਂ ਜਾਣਾ ਵੀ ਉਹਦੇ ਵਿੱਚ ਭ੍ਰਿਸ਼ਟਾਚਾਰ ਹੈ। ਬਦਲਾਵ ਕਰ ਦੇਣੇ, ਉਹਨੂੰ ਤੋੜ ਮੋੜ ਕੇ ਪੇਸ਼ ਕਰ ਦੇਣਾ ਜਾਂ ਕੁਝ ਹੋਰ ਲੋਕਾਂ ਦੇ ਅੱਗੇ ਪੇਸ਼ ਕਰ ਦੇਣਾ, ਇਹ ਵੀ ਇੱਕ ਤਰ੍ਹਾਂ ਦਾ ਭ੍ਰਿਸ਼ਟਾਚਾਰ ਦੇਖੋ ਹੁੰਦਾ ਹੈ। ਮੁੱਖ ਮੰਤਰੀ ਜੇ ਵਾਕਿਆ ਹੀ ਮਤਲਬ ਨਿਸ਼ਠਾਵਾਨ ਨੇ, ਵਾਕਿਆ ਹੀ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਨੇ, ਤਾਂ 2-3 ਗੱਲਾਂ ਦਾ ਜਵਾਬ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਚਾਹੀਦਾ। ਪਹਿਲੀ ਗੱਲ, ਇਹ ਗੱਲ ਉਹਨਾਂ ਨੂੰ ਸਾਰੇ ਲੋਕਾਂ ਨੂੰ ਦੱਸਣੀ ਚਾਹੀਦੀ ਹੈ ਕਿ ਰਾਜ ਸਭਾ ਦੇ ਵਿੱਚ ਜਿਹੜੇ ਮੈਂਬਰ ਭੇਜੇ ਗਏ ਨੇ ਉਹਨਾਂ ਦੀ ਤਫਸੀਲਨ ਲਿਆਕਤ ਇਹ ਹੈ, ਉਹਨਾਂ ਨੇ ਆਹ ਕੰਮ ਕੀਤੇ ਆ, ਜਦ ਕਿ ਲੋਕ ਇਸ ਗੱਲ ਨਾਲ ਸੈਟੀਸਫਾਈਡ ਨਹੀਂ ਹੈ ਕਿ ਉਹ ਕਾਬਿਲ ਨੇ, ਔਰ ਉਹਨਾਂ ਤੋਂ ਅਸੀਂ ਕੋਈ ਪੈਸਾ ਨਹੀਂ ਲਿਆ, ਔਰ ਜਿਹੜਾ ਬੰਦਾ ਇਹ ਪ੍ਰੂਵ ਕਰੇ ਕਿ ਅਸੀਂ ਉਹਨਾਂ ਤੋਂ ਪੈਸਾ ਲਿਆ, ਠੀਕ ਹੈ, ਅਸੀਂ ਫਿਰ ਉਹ ਜਿਹੜੇ ਬੰਦੇ ਉੱਥੇ ਭੇਜੇ ਆ ਉਹਨਾਂ ਨੂੰ ਰੀਕਾਲ ਕਰਾਂਗੇ ਜਾਂ ਕੋਈ ਇਸ ਤਰ੍ਹਾਂ ਦਾ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਜਾਂ ਫਿਰ ਦੂਸਰਾ ਸਵਾਲ ਜਿਹੜਾ ਬੜਾ ਅਹਿਮ ਹੈ ਉਹ ਇਹ ਹੈ ਕਿ ਜਿਹੜੇ ਉਹਨਾਂ ਨੇ ਪ੍ਰਵਾਸੀ ਭਾਰਤੀਆਂ ਤੋਂ ਫੰਡ ਇਕੱਠੇ ਕੀਤੇ ਸੀ ਉਹ ਕਿੱਥੇ ਮਤਲਬ ਉਹਨਾਂ ਨੇ ਲਾਏ। ਔਰ ਚੋਣਾਂ ਦੇ ਦੌਰਾਨ, ਵਿਧਾਨ ਸਭਾ ਚੋਣਾਂ ਦੇ ਦੌਰਾਨ ਇਸੇ ਸਾਲ ਦੇ ਵਿੱਚ ਜਦੋਂ ਹੋਈਆਂ, ਤਾਂ ਫਿਰ ਉਦੋਂ ਜਿਹੜੇ ਆਰੋਪ ਲੱਗੇ 2 ਕਰੋੜ 3 ਕਰੋੜ ਲੈ ਕੇ ਟਿਕਟਾਂ ਵੇਚਣ ਦੇ, ਠੀਕ ਹੈ, ਉਹ ਆਰੋਪ ਲਾਉਣ ਵਾਲੇ ਬੰਦਿਆਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ, ਉਹਨਾਂ ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਰਜ ਕਿਉਂ ਨਹੀਂ ਕੀਤਾ ਗਿਆ। ਔਰ ਇਹ ਗੱਲ ਉਹ ਕਹਿਣ ਕਿ ਅਸੀਂ ਇੱਕ ਪੈਸਾ ਵੀ ਕਿਸੇ ਤੋਂ ਨਹੀਂ ਲਿਆ, ਔਰ ਜੇ ਕੋਈ ਇਹ ਸਬੂਤ ਸਾਨੂੰ ਦੇਵੇ ਤਾਂ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋ ਰਹੀ। ਜਦੋਂ ਸੁੱਚਾ ਸਿੰਘ ਛੋਟੇਪੁਰ ਜਿਹੜੇ ਸਾਬਕਾ ਕਨਵੀਨਰ ਨੇ, ਉਹ ਪੱਤਰਕਾਰ ਸੰਮੇਲਨ 'ਚ ਗੱਲ ਕਹਿ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਸਾਰੇ ਪੈਸੇ ਹੜੱਪ ਗਿਆ, ਤਾਂ ਇਹਦਾ ਮਤਲਬ ਇਹ ਹੈ ਕਿ ਅਰਵਿੰਦ ਕੇਜਰੀਵਾਲ ਜੀ ਇਮਾਨਦਾਰ ਨਹੀਂ ਹਨ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ। ਫਿਰ ਇਹ ਸਾਰਾ ਕੁਝ ਬਲੈਕ ਐਂਡ ਵਾਈਟ ਦੇ ਵਿੱਚ ਸਾਹਮਣੇ ਆਉਣਾ ਚਾਹੀਦਾ। ਸਿਰਫ ਇੱਕ ਮੰਤਰੀ ਨੂੰ ਤੁਸੀਂ ਬਰਖਾਸਤ ਕਰਕੇ ਬਾਕੀ ਜਿਹੜੇ ਮਸਾਇਲ ਨੇ, ਜਿਹੜੇ ਆਰੋਪ ਬਾਕੀ ਨੇ, ਇਲਜ਼ਾਮਾਤ ਲੱਗ ਰਹੇ ਨੇ, ਇਹ ਹੋ ਸਕਦਾ ਕਿ ਉਹਨਾਂ ਦੇ ਪਰਦਾ ਪਾਇਆ ਜਾ ਸਕੇ, ਪਰਦਾ ਪਾਇਆ ਗਿਆ ਹੋਵੇ, ਜਾਂ ਲੋਕਾਂ ਦਾ ਧਿਆਨ ਉਹਨਾਂ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਗੱਲ ਕਰਦੇ ਡਾਕਟਰ ਵਿਜੇ ਸਿੰਗਲਾ ਦੀ ਹੀ, ਇਹ ਉਹੀ ਨੇ ਜਿਨ੍ਹਾਂ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ 63,000 ਵੋਟਾਂ ਤੋਂ ਹਰਾਇਆ ਸੀ, ਜਿੱਤੇ ਸਨ ਇੰਨੀਆਂ ਜ਼ਿਆਦਾ ਵੋਟਾਂ ਲੈ ਕੇ। ਪਰ ਸਿੱਧੂ ਮੂਸੇਵਾਲੇ ਦਾ ਕੱਲ ਇੱਕ ਟਵੀਟ ਦੇ ਉੱਤੇ ਇੱਕ ਵਿਅੰਗ ਉਹਨਾਂ ਨੇ ਕੱਸਿਆ ਜਦੋਂ ਇਹਨਾਂ ਦੀ ਗ੍ਰਿਫਤਾਰੀ ਦੀ ਖਬਰ ਸਾਹਮਣੇ ਆਈ। ਮੈਂ ਤੁਹਾਨੂੰ ਦੱਸੂਗੀ ਕਿ ਉਹ ਕੀ ਲਿਖਦੇ ਨੇ ਆਪਣੇ ਟਵੀਟ ਦੇ ਵਿੱਚ। ਉਹ ਕਹਿੰਦੇ ਨੇ, ਬਾਬਾ ਕਹਿੰਦਾ ਸੀ ਦੇਖ ਚੱਲ ਮਰਦਾਨਿਆਂ ਰੰਗ ਕਰਤਾਰ ਦੇ, ਕਹਿੰਦੇ ਹੁਣ ਪਤਾ ਲੱਗੂਗਾ ਕਿ ਕੌਣ ਸੱਚਾ ਸੀ ਤੇ ਕਿਹੜਾ ਝੂਠਾ ਸੀ। ਇਹੋ ਜਿਹਾ ਟਵੀਟ ਉਹਨਾਂ ਨੇ ਕੀਤਾ। ਦੇਖੋ ਗੱਲ ਇਹ ਹੈ ਕਿ ਜੋ ਕੁਝ ਉਹ ਕਹਿ ਰਹੇ ਨੇ ਹੁਣ ਉਹ ਸੱਚ ਹੀ ਪ੍ਰਤੀਤ ਹੋ ਰਿਹਾ। ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਤੇ ਤੁਸੀਂ ਇਹ ਵਿਸ਼ਵਾਸ ਕਰ ਲਿਆ ਅੱਖਾਂ ਬੰਦ ਕਰਕੇ ਕਿ ਤੁਸੀਂ ਇਹ ਇਮਾਨਦਾਰ ਨੇ, ਹਨਾ, ਤਾਂ ਫਿਰ ਹੁਣ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਗਿਆ। ਇਹਨਾਂ ਦੇ ਸਬੰਧ ਦੇ ਵਿੱਚ ਜਿੱਥੋਂ ਇਹਨਾਂ ਦੇ ਹਲਕੇ ਦੇ ਲੋਕ ਨੇ ਜਾਂ ਇਹਨਾਂ ਦੇ ਪਿੰਡ ਦੇ ਲੋਕ ਨੇ ਜਾਂ ਮਾਨਸਾ ਜਿੱਥੇ ਇਹਨਾਂ ਦਾ ਕਲੀਨਿਕ ਹੈ, ਉੱਥੇ ਸਾਰੇ ਕਹਿੰਦੇ ਨੇ ਵੀ ਇਹ ਬੜੇ ਵਧੀਆ ਸਮਾਜ ਸੇਵੀ ਵੀ ਸਨ ਔਰ ਬੜੇ ਕੰਮ ਕਰਦੇ ਸੀ, ਮੁਫਤ ਵੀ ਮਰੀਜ਼ਾਂ ਨੂੰ ਵੇਖ ਲੈਂਦੇ ਸੀ। ਔਰ ਹਾਲ ਹੀ ਵਿੱਚ ਇਹਨਾਂ ਨੇ ਆਪਣਾ ਪੁਰਾਣਾ ਘਰ ਛੱਡ ਕੇ ਨਵੀਂ ਕੋਠੀ ਪਾਈ ਸੀ। ਬਿਲਕੁਲ 58% ਵੋਟ ਇਹਨਾਂ ਨੂੰ ਮਿਲੀ ਸੀ। ਲੇਕਿਨ ਦੇਖੋ ਕਿਸੇ ਦੇ ਕਿਰਦਾਰ ਦਾ ਕੋਈ ਪਤਾ ਨਹੀਂ ਹੁੰਦਾ ਜੀ, ਕਿਉਂਕਿ ਤੁਸੀਂ ਕੋਈ ਇਮਾਨਦਾਰੀ ਦਾ ਸਰਟੀਫਿਕੇਟ ਤਾਂ ਕਿਸੇ ਨੂੰ ਦੇ ਨਹੀਂ ਸਕਦੇ ਤੇ ਨਾ ਹੀ ਕੋਈ ਤੁਹਾਨੂੰ ਮਤਲਬ ਜਾਂ ਮੁੱਖ ਮੰਤਰੀ ਨੂੰ ਦੇ ਸਕਦਾ। ਇਹ ਹੌਲੀ ਹੌਲੀ ਪਤਾ ਲੱਗਦਾ ਹੈ ਜਦੋਂ ਸੱਤਾ ਦੀ ਤਾਕਤ ਬੰਦੇ ਨੂੰ ਹਾਸਿਲ ਹੁੰਦੀ ਹੈ, ਉਦੋਂ ਅਸਲ ਕਿਰਦਾਰ ਦਾ ਪਤਾ ਲੱਗਦਾ। ਔਰ ਸਿਆਸਤ 'ਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੀਆਂ ਪੁਸ਼ਤਾਂ ਦੀਆਂ ਰੋਟੀਆਂ ਸੇਕਣ ਵਾਸਤੇ ਆਉਂਦੇ ਨੇ। ਕੋਈ ਇਮਾਨਦਾਰ ਹੋਵੇ ਆਟੇ 'ਚ ਲੂਣ ਦੀ ਬਰਾਬਰੀ ਹੁੰਦਾ। ਤਾਂ ਹੌਲੀ ਹੌਲੀ ਮਤਲਬ ਅਜੇ ਤਾਂ ਸ਼ੁਰੂਆਤ ਹੈ। 2015 ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਵੀ ਆਪਣੇ ਇੱਕ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਰੂਪ 'ਚ ਬਰਖਾਸਤ ਕਰਤਾ ਸੀ। ਤਾਂ ਕਈ ਵਾਰੀ ਇਸ ਤਰ੍ਹਾਂ ਦਾ ਜਿਹੜਾ ਕਦਮ ਹੁੰਦਾ ਉਹ ਇਹ ਦੱਸਣ ਲਈ ਕੀਤਾ ਜਾਂਦਾ ਹੈ ਕਿ ਸਾਡੇ ਤੇ ਫਿਰ ਮੁੜ ਕੇ ਉਂਗਲ ਨਾ ਉੱਠੇ ਤੇ ਅਸੀਂ ਜਾਂ ਜਿੰਨੀਆਂ 50 ਉਂਗਲਾਂ ਉੱਠੀਆਂ ਨੇ ਉਹਨਾਂ ਨੂੰ ਅਸੀਂ ਵੱਢ ਦਈਏ। ਮਤਲਬ ਇਹ ਹੈ ਕਿ ਇਹ ਅਸੀਂ ਸਰਟੀਫਿਕੇਟ ਲੈ ਲਿਆ ਆਪ ਹੀ ਕਿ ਅਸੀਂ ਬੜੇ ਇਮਾਨਦਾਰ ਹਾਂ। ਲੇਕਿਨ ਆਉਣ ਵਾਲਾ ਸਮਾਂ ਇਹ ਤੈਅ ਕਰੇਗਾ ਕਿ ਵਾਕਈ ਇਮਾਨਦਾਰੀ ਹੈ ਜਾਂ ਭ੍ਰਿਸ਼ਟਾਚਾਰ ਖਤਮ ਹੋ ਗਿਆ। ਆਪਾਂ ਇੱਥੇ ਗੱਲ ਕਰਦੇ ਹਾਂ ਵਕਤ ਦੀ। ਸਰ, ਵਕਤ ਕਿਵੇਂ ਕਿਸੇ ਇਨਸਾਨ ਦਾ ਬਦਲ ਜਾਂਦਾ ਹੈ। ਕਹਿੰਦੇ ਵਿਜੇ ਸਿੰਗਲਾ ਜੀ ਇੱਕ ਆਮ ਡਾਕਟਰ ਸਨ, ਇੱਕ ਛੋਟਾ ਜਿਹਾ ਕਲੀਨਿਕ ਚਲਾਉਂਦੇ ਸਨ। ਇਹਨਾਂ ਦੀ ਵਾਈਫ ਜਿਹੜੀ ਹੈ ਉਹ ਵੀ ਨਾਲ ਇਹਨਾਂ ਦਾ ਕਲੀਨਿਕ ਸੰਭਾਲਦੇ ਸੀ। ਔਰ ਜਦੋਂ ਇਹ ਵੋਟਾਂ ਦੇ ਵਿੱਚ ਖੜੇ ਹੋਏ, ਜਿਵੇਂ ਕਿ ਤੁਸੀਂ ਆਪ ਹੀ ਕਿਹਾ ਕਿ ਕਿੰਨੀ ਜ਼ਿਆਦਾ ਮਾਤਰਾ ਦੇ ਵਿੱਚ ਇਹਨਾਂ ਨੂੰ ਲੋਕਾਂ ਨੇ ਜਿਤਾਇਆ, ਇਹਨਾਂ ਨੂੰ ਬਹੁਮਤ ਮਿਲਿਆ, ਕੋਠੀ ਬਦਲੀ ਇਹਨਾਂ ਨੇ, ਪੁਰਾਣੀ ਕੋਠੀ ਤੋਂ ਆਪਣਾ ਨਵੀਂ ਕੋਠੀ ਦੇ ਵਿੱਚ ਸ਼ਿਫਟ ਹੋਏ ਸਨ। ਕਹਿੰਦੇ ਇੰਨਾ ਕੁ ਰਸ਼ ਸੀ ਘਰ ਦੇ ਬਾਹਰ, ਹਰ ਰੋਜ਼ ਇਹਨਾਂ ਦੇ ਘਰ ਦੇ ਬਾਹਰ ਰੌਣਕ ਵੇਖਣ ਨੂੰ ਮਿਲਦੀ ਸੀ, ਆਉਣ ਜਾਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਸੀ। ਔਰ ਕਲੀਨਿਕ ਦੇ ਬਾਹਰ ਵੀ ਰਸ਼ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਗਿਆ ਸੀਗਾ। ਔਰ ਜਦੋਂ ਤੋਂ ਇਹ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋਏ ਸਨ ਉਦੋਂ ਤੋਂ ਕਲੀਨਿਕ ਨੂੰ ਇਹਨਾਂ ਦੀ ਜਿਹੜੀ ਪਤਨੀ ਸੰਭਾਲ ਰਹੀ ਸੀ। ਪਰ ਅਚਾਨਕ ਕੱਲ ਜਦੋਂ ਇਹ ਖਬਰ ਆਈ, ਇਹਨਾਂ ਦੇ ਘਰ ਦੇ ਬਾਹਰ ਵੀ ਸન્ਨਾਟਾ ਛਾ ਗਿਆ ਔਰ ਇਹਨਾਂ ਦਾ ਕਲੀਨਿਕ ਵੀ ਜਿਹੜਾ ਕਦੇ ਬੰਦ ਨਹੀਂ ਸੀ ਹੋਇਆ, ਹੁਣ ਉਹ ਵੀ ਬੰਦ ਹੈ। ਆਪਾਂ ਇੱਥੇ ਗੱਲ ਕਰਦੇ ਹਾਂ ਵਕਤ ਦੀ ਕਿ ਕਿਵੇਂ ਪ੍ਰਮਾਤਮਾ ਕਿਸੇ ਨੂੰ ਅਰਸ਼ਾਂ ਤੇ ਪਹੁੰਚਾਉਂਦਾ ਔਰ ਮਿੰਟ ਲਗਾ ਕੇ ਫਰਸ਼ਾਂ ਦੇ ਉੱਤੇ ਵੀ ਸੁੱਟ ਦਿੰਦਾ। ਦੇਖੋ ਜਦੋਂ ਜਹਾਜ਼ ਡੁੱਬਦਾ ਹੁੰਦਾ ਨਾ ਉਦੋਂ ਚੂਹੇ ਛਾਲ ਮਾਰ ਜਾਂਦੇ, ਸਾਰੇ ਭੱਜ ਜਾਂਦੇ, ਕੋਈ ਨੇੜੇ ਨਹੀਂ ਆਉਂਦਾ। ਜਿਹੜੇ ਮਤਲਬ ਸੱਚੇ ਸੁੱਚੇ ਹਮਦਰਦ ਹੁੰਦੇ ਆ ਉਹੀ ਆਉਂਦੇ ਆ।
ਬਾਕੀ ਅਗਲਾ ਕਹਿੰਦਾ ਯਾਰ ਆਪਾਂ ਕੀ ਲੈਣਾ, ਕਿਤੇ ਹੋਰ ਪੁਲਿਸ ਵਾਲੇ ਸਾਨੂੰ ਖਿੱਚੀ ਫਿਰਨਗੇ, ਜੀ ਔਰ ਇਸ ਤਰ੍ਹਾਂ ਦਾ ਵੀ ਡਰ ਹੁੰਦਾ। ਹੂੰ ਫਿਰ ਜਦੋਂ ਕੋਈ ਤੁਸੀਂ ਘਰੇ ਜਾਓਗੇ, ਉਹਨਾਂ ਦੇ ਪੁਲਿਸ ਵਾਲੇ ਪੁੱਛਣਗੇ ਦੱਸੋ ਕਿਉਂ ਆਏ, ਤੁਹਾਡਾ ਕੀ ਤਾਲੁਕ ਹੈ, ਤੁਸੀਂ ਕਿਸ ਮਸਲੇ ਦੇ ਨਾਲ ਆਏ ਹੋ, ਹੂੰ ਤੁਹਾਡਾ ਵੀ ਕੋਈ ਲੈਣ ਦੇਣ ਸੀ ਜਾਂ ਤੁਸੀਂ ਕੋਈ ਠੇਕਾ ਠੁਕਾ ਲੈਣਾ ਸੀ ਜਾਂ ਕੀ ਸੀ, ਕੀ ਮਤਲਬ ਸੀ ਹੂੰ, ਕਈ ਤਰ੍ਹਾਂ ਦੀ ਤੁਹਾਡਾ ਤਹਿਕੀਕਾਤ, ਆਣ ਜਾਣ ਕਿਉਂ ਸੀਗਾ? ਹਾਂ ਤਹਿਕੀਕਾਤ ਕਰਦੀ ਹੈ ਪੁਲਿਸ ਵਾਲੀ। ਹੂੰ ਹੁਣ ਇੱਥੇ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੂੰ ਇੱਕ ਮਤਲਬ ਉਹਨੂੰ ਅੰਗਰੇਜ਼ੀ ਦੇ ਵਿੱਚ ਆਇਰਨੀ ਕਹਿੰਦੇ ਆ ਹੂੰ ਕਿ ਜਿਹੜੀ ਆਪਾਂ ਦਾਵਾ ਕਰ ਰਹੇ ਹੁੰਨੇ ਆ ਕਿ ਆ ਆਏ ਆ, ਹੂੰ ਤਾਂ ਮੁੜ ਕੇ ਪੁੱਠਾ ਪੈ ਜੇ, ਹਨਾ। ਜੀ ਤਾਂ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਸੀਗੇ ਕਿ 10 ਦਿਨਾਂ ਦੇ ਵਿੱਚ ਭਗਵੰਤ ਮਾਨ ਨੇ ਰਿਸ਼ਵਤਖੋਰੀ ਖਤਮ ਕਰਤੀ, ਭ੍ਰਿਸ਼ਟਾਚਾਰ ਖਤਮ ਕਰਤਾ। ਪਰ 2 ਮਹੀਨੇ ਬਾਅਦ ਭ੍ਰਿਸ਼ਟਾਚਾਰ ਫਿਰ ਉਵੇਂ ਹੋ ਗਿਆ, ਉਵੇਂ ਦਾ ਉਵੇਂ ਔਰ ਫਿਰ ਹੋਇਆ ਵੀ ਬੜੇ ਉੱਚੇ ਪੱਧਰ ਤੋਂ ਹੈ। ਜੀ ਇਹ ਮੰਤਰੀ ਜੀ ਫਸੇ ਨੇ, ਜਾਂ ਤਾਂ ਕੋਈ ਸਧਾਰਨ ਬੰਦਾ, ਕੋਈ ਪੁਲਿਸ ਵਾਲਾ, ਕੋਈ ਕਾਨੂੰਗੋ, ਕੋਈ ਪਟਵਾਰੀ, ਕੋਈ ਐਵੇਂ ਦਾ ਕੋਈ ਫੜਿਆ ਗਿਆ ਭ੍ਰਿਸ਼ਟਾਚਾਰ ਕਰਦਾ ਫੜਿਆ ਜਾਂਦਾ, ਵੱਖਰੀ ਗੱਲ ਸੀ। ਹਾਂ ਪਰ ਇਹ ਐਡੀ ਵੱਡੀ, ਇਹਦਾ ਮਤਲਬ ਇਹ ਹੈ ਕਿ ਇਸ ਤੋਂ ਪਸੇ ਪਰਦਾ ਹੋਰ ਵੀ ਬਹੁਤ ਕੁਝ ਹੋ ਰਿਹਾ ਹੋਏਗਾ ਜੀ, ਔਰ ਹੌਲੀ ਹੌਲੀ ਉਹ ਸਾਹਮਣੇ ਆਵੇਗਾ। ਬੜੀ ਮਤਲਬ ਇਹ ਪੇਚੀਦਾ ਜੀ ਸਿਚੁਏਸ਼ਨ ਹੈ, ਜਟਿਲ ਸਿਚੁਏਸ਼ਨ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੰਤਰੀ ਜੀ ਜੇ ਮਤਲਬ ਇਹ ਭ੍ਰਿਸ਼ਟਾਚਾਰ ਦੇ ਉਸ 'ਚ ਫੜੇ ਗਏ ਤਾਂ ਬਾਕੀ ਵੀ ਫੜੇ ਜਾਣਗੇ ਜੀ, ਠੀਕ ਬਿਲਕੁਲ, ਕਿਉਂਕਿ ਹੋ ਸਕਦਾ ਕਿ ਉਹ ਬਾਕੀਆਂ ਦਾ ਮੋਡਸ ਆਪਰੈਂਡੀ, ਕੰਮਕਾਰ ਦਾ ਤਰੀਕਾਕਾਰ ਜਿਹਨੂੰ ਕਹਿੰਦੇ ਆ, ਉਹ ਬਦਲ ਜੇ ਹਨਾ। ਉਹ ਆਪਣਾ ਪੂਰਾ ਸੁਚੇਤ ਹੋ ਕੇ ਵੇਖਣ ਵੀ ਪਹਿਲਾਂ ਕੈਮਰਾ ਕੂਮਰਾ ਤਾਂ ਨਹੀਂ ਕੋਈ ਲੱਗਿਆ, ਜਿਹੜਾ ਬੰਦਾ ਆਵੇ ਉਹਨੂੰ ਮੋਬਾਈਲ ਬਾਹਰ ਰੱਖ ਕੇ ਕਿਤੇ ਆਡੀਓ ਰਿਕਾਰਡਿੰਗ ਨਾ ਕਰ ਲਈ, ਹਨਾ। ਤਾਂ ਹੋਰ ਤਰੀਕੇ ਅਪਣਾਉਣਗੇ ਉਹ। ਤਾਂ ਜਿਨ੍ਹਾਂ ਨੇ ਕਰਨਾ ਭ੍ਰਿਸ਼ਟਾਚਾਰ ਉਹ ਰੁਕ ਨਹੀਂ ਸਕਦੇ ਜੀ, ਠੀਕ। ਔਰ ਤੁਸੀਂ ਇਹ ਹੁੰਦਾ ਕਿ ਤੁਸੀਂ ਕਿਹਨੂੰ ਕੱਢੋਗੇ। ਫਿਰ ਦੂਸਰੀ ਗੱਲ ਇਹ ਹੈ ਕਿ ਤੁਹਾਡਾ ਤਾਂ ਆਪਣਾ ਕਿਰਦਾਰ ਜਿਹੜਾ ਹੈ ਉਹਦੇ ਤੇ ਸਵਾਲੀਆ ਚਿੰਨ੍ਹ ਲੱਗਿਆ ਹੋਇਆ। ਜੇ ਤੁਸੀਂ ਇੱਕੋ ਗੱਲ ਦਾ ਜਵਾਬ ਦੇ ਦਿਓ ਕਿ ਉਹ ਪੈਸਾ ਜਿਹੜਾ ਤੁਸੀਂ ਬਾਹਰੋਂ ਇਕੱਠਾ ਕੀਤਾ ਸੀ ਜੀ, ਜਿਹੜਾ ਆਪਣੀ ਵੈਬਸਾਈਟ ਤੇ ਪਾਉਣਾ ਸੀ, ਉਹ ਕਿਉਂ ਨਹੀਂ ਪਾਇਆ ਗਿਆ, ਤੇ ਉਹ ਖਰਚ ਕਿੱਥੇ ਕੀਤਾ ਗਿਆ, ਬਸ ਇੰਨੀ ਗੱਲ ਦਾ ਜਵਾਬ ਦੇ ਦਿਓ ਜੀ। ਤੇ ਜੇਕਰ ਇਸ ਗੱਲ ਦਾ ਜਵਾਬ ਦੇ ਦੇਣ ਤਾਂ ਫਿਰ ਮੈਨੂੰ ਲੱਗਦਾ ਕਿ ਇਸ ਤਰੀਕੇ ਦੇ ਨਾਲ ਮੰਤਰੀ ਕੱਢਣ ਦੀ ਜ਼ਰੂਰਤ ਨਹੀਂ ਪਊਗੀ, ਨਾ ਹੀ ਆਪਣੇ ਕਿਰਦਾਰ ਨੂੰ ਦਿਖਾਉਣ ਦੀ ਜ਼ਰੂਰਤ ਪਊਗੀ ਕਿ ਸਾਡਾ ਕਿਰਦਾਰ ਬੜਾ ਚੰਗਾ ਹੈ। ਗੱਲ ਕਰਦੇ ਹਾਂ ਕਿ ਉਹਨਾਂ ਨੇ ਭਾਵੇਂ ਇਹ ਸਖਤੀ ਵਾਲਾ ਰੁਖ ਅਪਣਾ ਜ਼ਰੂਰ ਲਿਆ, ਭਗਵੰਤ ਮਾਨ ਜੀ ਹੋਣਾ ਨੇ, ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਉਹਨਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਕਹਿੰਦੇ ਭਾਜਪਾ ਵਾਲਿਆਂ ਨੇ ਤੇ ਆਪ ਫੋਨ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਬੜੀਆਂ ਹੀ ਮੁਬਾਰਕਾਂ ਵੀ ਦਿੱਤੀਆਂ ਔਰ ਬੜੀ ਉਹਨਾਂ ਦੀ ਪਿੱਠ ਜਿਹੜੀ ਹੈ ਥੜਪੜਾਈ ਵੀ ਹੈ ਕਿ ਤੁਸੀਂ ਬਹੁਤ ਚੰਗਾ ਕੰਮ ਕੀਤਾ। ਪਰ ਸ਼੍ਰੋਮਣੀ ਅਕਾਲੀ ਦਲ ਵਾਲੇ ਕਹਿੰਦੇ ਪਏ ਨੇ ਕਿ ਅਰਵਿੰਦ ਕੇਜਰੀਵਾਲ ਦੇ ਉੱਤੇ ਲੱਗੇ ਹੋਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਛੁਪਾਉਣ ਦੇ ਲਈ ਔਰ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਇਹੋ ਜਿਹੀ ਕਾਰਵਾਈ ਜਿਹੜੀ ਹੈ ਭਗਵੰਤ ਮਾਨ ਦੇ ਵੱਲੋਂ ਕੀਤੀ ਜਾ ਰਹੀ ਹੈ। ਰਾਜਨੀਤੀ ਦੇ ਵਿੱਚ ਕੁਝ ਵੀ ਸੰਭਵ ਹੈ, ਇਹ ਵੀ ਹੋ ਸਕਦਾ ਹੈ, ਕਿਉਂਕਿ ਅਰਵਿੰਦ ਕੇਜਰੀਵਾਲ ਜੀ ਜੋ ਕਹਿੰਦੇ ਰਹੇ ਨੇ ਉਹਨਾਂ ਤੇ ਉਹ ਖਰੇ ਨਹੀਂ ਉਤਰੇ। ਜਦੋਂ ਉਹ ਕੁਝ ਵੀ ਨਹੀਂ ਸੀ, ਸਿਰਫ ਇੱਕ ਕਹਿ ਲਓ ਇਸ ਪਾਰਟੀ ਨੂੰ ਫਾਰਮ ਕਰਨ ਵਾਲੇ ਬੰਦੇ ਸਨ, ਔਰ ਉਸ ਵੇਲੇ ਉਹਨਾਂ ਨੇ ਜਿਹੜੀਆਂ ਮਤਲਬ ਤਕਰੀਰਾਂ ਦਿੱਤੀਆਂ, ਭਾਸ਼ਣ ਦਿੱਤੇ, ਵੱਡੇ ਵੱਡੇ ਦਾਅਵੇ ਕੀਤੇ, ਔਰ ਇਸ ਤਰ੍ਹਾਂ ਲੱਗਦਾ ਸੀ ਕਿ ਇਹ ਬੰਦਾ ਜਦੋਂ ਸੱਤਾ 'ਚ ਆਏਗਾ, ਸੱਤਾ ਦਾ ਜਿਹੜਾ ਚਿਹਰਾ ਮੋਹਰਾ ਹੈ ਉਹ ਬਿਲਕੁਲ ਬਦਲ ਦੇਗਾ, ਠੀਕ। ਕਿਸੇ ਦੇ ਨਾਲ ਕੋਈ ਸਿਕਿਉਰਿਟੀ ਨਹੀਂ ਹੋਏਗੀ, ਔਰ ਜਿਹੜੇ ਮੰਤਰੀ ਵੀ ਹੋਣਗੇ ਉਹ ਸਧਾਰਨ ਆਪਣੀਆਂ ਗੱਡੀਆਂ 'ਚ ਜਾਇਆ ਕਰਨਗੇ, ਕੋਈ ਉਹਨਾਂ ਕੋਲੇ ਬੰਗਲੇ ਨਹੀਂ ਹੋਣਗੇ। ਜਿਵੇਂ ਕੇਜਰੀਵਾਲ ਜੀ ਕਹਿੰਦੇ ਸੀ 2 ਕਮਰਿਆਂ ਦਾ ਮਕਾਨ ਹੀ ਕਾਫੀ ਹੈ, ਔਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਸਰਕਾਰੀ ਸਹੂਲਤ ਨਹੀਂ ਲਵਾਂਗਾ, ਮੈਂ ਕੋਈ ਗੱਡੀ ਨਹੀਂ ਲਵਾਂਗਾ। ਮੈਂ ਉਹ ਕੁਝ ਦੇਰ ਪਹਿਲਾਂ ਉਹਨਾਂ ਨੇ ਇਹ ਨਾਟਕ ਕੀਤਾ ਕਿ ਆਪਣੀ ਗੱਡੀ 'ਚ ਜਾਂਦੇ ਹੁੰਦੇ ਸੀ। ਫਿਰ ਹੌਲੀ ਹੌਲੀ ਉਹੀ ਸਾਰਾ ਕੁਝ ਹੋ ਗਿਆ ਜੋ ਰਵਾਇਤੀ ਪਾਰਟੀਆਂ ਦੇ ਸਿਆਸੀ ਆਗੂ ਕਰਦੇ ਨੇ, ਜਾਂ ਉਹ ਲੋਕ ਕਰਦੇ ਨੇ ਜਿਹੜੇ ਸਿਰਫ ਚੌਧਰ ਦੇ ਭੁੱਖੇ ਹੁੰਦੇ ਨੇ। ਉਹੀ ਜੀ ਭੁੱਖ ਜਿਹੜੀ ਅਰਵਿੰਦ ਕੇਜਰੀਵਾਲ ਨੇ ਪ੍ਰਗਟਾਤੀ। ਹੁਣ ਅਰਵਿੰਦ ਕੇਜਰੀਵਾਲ ਦੇ ਆਲੇ ਦੁਆਲੇ 100 ਬੰਦਿਆਂ ਦਾ ਘੇਰਾ ਹੁੰਦਾ, ਔਰ ਤੁਸੀਂ ਵੇਖੋ ਕਿ ਉਹਦੇ 'ਚ ਕਿੰਨੇ ਕਮਾਂਡੋ ਸ਼ਾਮਲ ਨੇ, ਕੀ, ਔਰ ਫਿਰ ਗੱਡੀਆਂ ਦਾ ਕਾਫਲਾ, ਇੱਥੋਂ ਤੱਕ ਕਿ ਰਾਘਵ ਚੱਡਾ ਜਿਹੜਾ ਕਿ ਸਿਰਫ ਰਾਜ ਸਭਾ ਮੈਂਬਰ ਹੈ, ਉਹਨੂੰ ਇੰਨੀ ਸਿਕਿਉਰਿਟੀ ਦਿੱਤੀ ਹੋਈ ਹੈ ਜਿਵੇਂ ਪਤਾ ਨਹੀਂ ਕੀ ਬਰਾਕ ਓਬਾਮਾ ਦਾ ਮਾਮਾ ਲੱਗਦਾ ਉਹ। ਸੋ ਇਹ ਗੱਲ ਹੈਗੀ ਹੈ ਕਿ ਤੁਸੀਂ ਜੋ ਕਰਦੇ ਹੋ, ਜੋ ਕਹਿੰਦੇ ਹੋ, ਜਦੋਂ ਤੁਸੀਂ ਉਹ ਨਹੀਂ ਕਰਦੇ, ਇਹਦਾ ਮਤਲਬ ਤੁਸੀਂ ਭ੍ਰਿਸ਼ਟ ਕਿਰਦਾਰ ਹੋ ਜੀ। ਤੁਸੀਂ ਪੈਸੇ ਖਾਣੇ ਹੋ ਕਿ ਨਹੀਂ ਖਾਣੇ। ਜਦੋਂ ਤੁਸੀਂ ਕਹੇ ਹੋਏ ਆਪਣੇ ਅਲਫਾਜ਼ ਨੂੰ ਪੂਰਾ ਨਹੀਂ ਕਰਦੇ ਤਾਂ ਫਿਰ ਇਹਦਾ ਮਤਲਬ ਹੈ ਕਿ ਤੁਸੀਂ ਕੋਈ ਵੀ ਭ੍ਰਿਸ਼ਟ ਕੰਮ ਕਰ ਸਕਦੇ ਹੋ। ਬਿਲਕੁਲ। ਔਰ ਭ੍ਰਿਸ਼ਟਾਚਾਰ ਦੀ ਜਿਹੜੀ ਹੈਲਪਲਾਈਨ ਇਹਨਾਂ ਨੇ ਜਾਰੀ ਕੀਤੀ ਸੀ, ਉਦੋਂ ਹੀ ਇਹਨਾਂ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਸੀਗਾ ਕਿ ਭ੍ਰਿਸ਼ਟਾਚਾਰ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪੈਸਿਆਂ ਦੀ ਖਰੀਦੋ ਫਰੋਖਤ ਕਰ ਰਹੇ ਹੋ ਤਾਂ ਤੁਹਾਨੂੰ ਅਸੀਂ ਅੰਦਰ ਕਰ ਦੇਵਾਂਗੇ, ਤਾਂ ਤੁਹਾਨੂੰ ਅਸੀਂ ਭ੍ਰਿਸ਼ਟ ਕਹਿ ਦੇਵਾਂਗੇ। ਸਗੋਂ ਉਦੋਂ ਵੀ ਭ੍ਰਿਸ਼ਟ ਤੁਸੀਂ ਬਣ ਜਾਂਦੇ ਹੋ, ਤੁਹਾਡਾ ਕਿਰਦਾਰ ਭ੍ਰਿਸ਼ਟ ਹੋ ਜਾਂਦਾ ਹੈ ਜੇਕਰ ਤੁਸੀਂ ਵਾਅਦੇ ਤੋਂ ਮੁੱਕਰ ਜਾਂਦੇ ਹੋ, ਐਲਾਨ ਕਰਕੇ ਤੁਸੀਂ ਅਗਲੇ ਦਿਨ ਐਲਾਨ ਵਾਪਸ ਲੈ ਲੈਂਦੇ ਹੋ, ਜਾਂ ਫਿਰ ਉਸ ਐਲਾਨ ਨੂੰ ਤੋੜ ਮਰੋੜ ਕੇ ਮੁੜ ਕੇ ਪੇਸ਼ ਕਰਦੇ ਹੋ। ਜਿਵੇਂ ਕਿ ਬਿਜਲੀ ਦੇ 300 ਯੂਨਿਟ ਹੀ ਆਪਾਂ ਯਾਦ ਕਰ ਲਈਏ ਕਿ ਲੋਕਾਂ ਨੂੰ ਸਭ ਤੋਂ ਪਹਿਲਾਂ ਐਲਾਨ ਇਹੀ ਹੋਇਆ ਸੀ ਜਦੋਂ ਅਰਵਿੰਦ ਕੇਜਰੀਵਾਲ ਜੀ ਪੰਜਾਬ ਆਏ ਸਨ ਇਲੈਕਸ਼ਨਾਂ ਦੇ ਦੌਰਾਨ ਕਿ ਬਿਜਲੀ ਜਿਹੜੀ ਹੈ 300 ਯੂਨਿਟ ਅਸੀਂ ਮੁਫਤ ਕਰ ਦਾਂਗੇ। ਪਰ ਜਦੋਂ ਇਸ ਦੇ ਉੱਤੇ ਕੰਮ ਕਰਨ ਦਾ ਸਮਾਂ ਆਇਆ ਤੇ ਇਹ ਜਿਹੜੇ 300 ਯੂਨਿਟ ਨੇ ਸਾਨੂੰ ਕਿੱਦਾਂ ਮਿਲਦੇ ਪਏ ਨੇ, ਕਿਵੇਂ ਇਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਅੱਛਾ, ਇੱਕ ਹੋਰ ਵੀ ਗੱਲ ਆ ਸ਼ੀਤਲ, ਇਹ ਵੀ ਕਿਹਾ ਸੀਗਾ ਕਿ 1 ਅਪ੍ਰੈਲ
ਤੋਂ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ ਬਿਲਕੁਲ। ਔਰ ਕੇਜਰੀਵਾਲ ਨੇ ਜਿੰਨੇ ਕਿਸਾਨ ਖੁਦਕੁਸ਼ੀਆਂ ਕਰ ਗਏ ਤੇ ਕਰ ਰਹੇ ਨੇ ਉਹਨਾਂ ਦੇ ਸੰਬੰਧ ਵਿੱਚ ਇੱਕ ਵੀ ਅਫਸੋਸ ਦਾ ਸ਼ਬਦ ਜਿਹੜਾ ਉਹ ਨਹੀਂ ਉਹਨਾਂ ਨੇ ਜ਼ਾਹਿਰ ਕੀਤਾ, ਨਾ ਹੀ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਕਹੀ ਹੈ। ਠੀਕ, ਸੋ ਇੱਥੋਂ ਪਤਾ ਲੱਗਦਾ ਹੈ ਕਿ ਸਿਆਸੀ ਲੋਕ ਸਾਰੇ ਇੱਕੋ ਜਿਹੇ ਹੁੰਦੇ ਨੇ, ਮਾਨਸਿਕਤਾ ਦੇ ਮਾਲਕ ਹੁੰਦੇ ਨੇ। ਅੱਛਾ, ਇੱਕ ਹੋਰ ਗੱਲ, ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਔਰਤਾਂ ਨੂੰ ਬੱਸ ਦੀ ਮੁਫਤ ਜਿਹੜੀ ਸੇਵਾ ਦਿੱਤੀ ਗਈ ਸੀ ਤੇ ਵਿੱਚ ਜੇ ਖਬਰ ਇਹ ਵੀ ਆ ਗਈ ਸੀਗੀ ਕਿ ਹੁਣ ਇਹ ਬੰਦ ਹੋ ਜਾਏਗੀ, ਸ਼ਾਇਦ 1 ਜੂਨ ਤੋਂ ਕਿ 1 ਜੁਲਾਈ ਤੋਂ ਇਹ ਬੰਦ ਕੀਤੀ ਜਾਏਗੀ। ਹੁਣ ਪਰਸੋਂ ਦੀ ਖਬਰ ਆਮ ਆਦਮੀ ਪਾਰਟੀ ਦੇ ਵੱਲੋਂ ਆਈ ਹੈ ਕਿ ਜੀ ਇਹ ਬਿਆਨ ਸਾਡੇ ਵੱਲੋਂ ਨਹੀਂ ਹੈ, ਇਹ ਬਿਆਨ ਕਿਸੇ ਨੇ ਸ਼ਰਾਰਤੀ ਅਨਸਰ ਨੇ ਦਿੱਤਾ ਤੇ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ। ਚਲੋ ਠੀਕ ਹੈ, ਜੋ ਔਰਤਾਂ ਨੂੰ ਸਹੂਲਤ ਦਿੱਤੀ ਗਈ ਹੈ ਜਾਰੀ ਰਹਿਣੀ ਚਾਹੀਦੀ ਹੈ। ਜਿੱਥੇ ਤੁਸੀਂ ਇੰਨੀਆਂ ਸਹੂਲਤਾਂ ਹੋਰ ਦੇਣ ਦੇ ਵਾਅਦੇ ਕੀਤੇ ਨੇ ਤੇ ਜਿਹੜੀ ਪਹਿਲਾਂ ਦਿੱਤੀ ਹੋਈ ਹੈ ਤਾਂ ਉਹ ਬੰਦ ਨਹੀਂ ਹੋ ਸਕਦੀ, ਕਿਉਂਕਿ ਉਹਦੀ ਰਿਜ਼ੈਂਟਮੈਂਟ ਹੋਏਗੀ। ਜਿਹੜੀਆਂ ਔਰਤਾਂ ਨੇ ਉਹ ਰਿਜ਼ੈਂਟਮੈਂਟ ਕਰਨਗੀਆਂ ਜ਼ਾਹਿਰ। ਇੱਕ ਜਗ੍ਹਾ ਦੇ ਉੱਪਰ ਇੱਕ ਬਜ਼ੁਰਗ ਔਰਤ ਕਹਿ ਰਹੀ ਹੈ ਕਿ ਵੋਟਾਂ ਲੈਣ ਵੇਲੇ ਤਾਂ ਹੱਥ ਵੀ ਜੋੜਦੇ ਸੀ, ਪੈਰ ਵੀ ਜੋੜਦੇ ਸੀ, ਤੇ ਹੁਣ ਸਾਡਾ ਮੁਫਤ ਬੱਸ ਸਫ਼ਰ ਜਿਹੜਾ ਹੈ ਉਹਦੀ ਸਹੂਲਤ ਤੁਸੀਂ ਖੋਲਣ ਲੱਗੇ ਹੋਏ ਹੋ। ਚਲੋ ਜੇ ਕਿਸੇ ਨੇ ਸ਼ਰਾਰਤਪੂਰਨ ਪਾਤੀ ਤੇ ਸਰਕਾਰ ਨੇ ਇਸ ਦੀ ਮਤਲਬ ਉਸ ਬਿਆਨ ਦੀ ਤਰਦੀਦ ਕੀਤੀ ਹੈ ਔਰ ਇਹ ਕਿਹਾ ਕਿ ਰਵਾਂ ਰਹੇਗੀ, ਜਿਹੜੀ ਸਹੂਲਤ ਜਾਰੀ ਰਹੇਗੀ ਤਾਂ ਅੱਛੀ ਗੱਲ ਹੈ। ਲੇਕਿਨ ਇਹ ਹੈ ਕਿ ਦੇਖੋ ਇਸ ਮਾਮਲੇ ਵਿੱਚ, ਸਿੰਗਲਾ ਦੇ ਮਾਮਲੇ ਦੇ ਵਿੱਚ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਚੀਫ ਇੰਜੀਨੀਅਰ ਰਾਜਿੰਦਰ ਸਿੰਘ ਨੇ, ਜਿਨ੍ਹਾਂ ਨੇ ਇਹ ਸਾਰਾ ਭਾਂਡਾ ਭੰਨਿਆ, ਉਹਨਾਂ ਨੇ ਬਹੁਤ ਪਹਿਲਾਂ ਅਪ੍ਰੈਲ ਮਹੀਨੇ ਦੇ ਵਿੱਚ ਹੀ ਇਹ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਦੇਤੀ ਸੀ ਔਰ ਉਦੋਂ ਇਹ ਰੌਲਾ ਪੈ ਗਿਆ ਸੀ। ਜਦੋਂ ਚੀਫ ਇੰਜੀਨੀਅਰ ਰਾਜਿੰਦਰ ਸਿੰਘ ਨੇ ਇਹ ਸਾਰੀ ਗੱਲ ਜ਼ਾਹਿਰ ਕੀਤੀ ਕਿ ਇਹ ਬੰਦਾ ਮੇਰੇ ਤੋਂ ਰਿਸ਼ਵਤ ਮੰਗ ਰਿਹਾ ਜਾਂ ਇਹ ਵਿੱਚੋਂ ਕਮਿਸ਼ਨ ਲੱਭ ਰਿਹਾ ਤੇ 5 ਲੱਖ ਸ਼ਾਇਦ ਉਹਨਾਂ ਨੂੰ ਦਿੱਤਾ ਵੀ, ਤੇ ਕਿਉਂਕਿ ਉਹਨਾਂ ਨੂੰ ਇਹ ਸੀਗਾ ਕਿ ਮੈਨੂੰ ਕੋਈ ਨੌਕਰੀ ਨੂੰ ਜਾਂ ਮੇਰੇ ਨੌਕਰੀ ਦੇ ਕਾਰਜਕਾਲ ਜਿਹੜਾ ਉਹਨੂੰ ਲੈ ਕੇ ਕੋਈ ਮੈਨੂੰ ਨੁਕਸਾਨ ਨਾ ਹੋਵੇ। ਇਮਾਨਦਾਰ ਬੰਦੇ ਤੇ ਤੁਸੀਂ ਇਲਜ਼ਾਮ ਲਾ ਦਿਓ, ਵੈਸੇ ਅਗਲੇ ਦਾ ਮਰਨ ਹੋ ਜਾਂਦਾ। ਤੋ ਗੱਲ ਪਹਿਲਾਂ ਹੀ ਮਤਲਬ ਫੈਲ ਚੁੱਕੀ ਸੀ ਔਰ ਸਿਹਤ ਮੰਤਰਾਲੇ ਦੇ ਵਿੱਚ ਇਹ ਪੂਰੀ ਤਰ੍ਹਾਂ ਘੁੰਮ ਗਈ ਸੀ, ਕਿਉਂਕਿ ਰੌਲਾ ਪੈ ਚੁੱਕਿਆ ਸੀਗਾ। ਇਹ ਨਹੀਂਗਾ ਕਿ ਭਗਵੰਤ ਮਾਨ ਹੋਰਾਂ ਨੂੰ ਵੀ ਪਤਾ ਸੀ, ਭਗਵੰਤ ਮਾਨ ਹੋਰਾਂ ਨੂੰ ਤਾਂ ਬਾਅਦ ਚ ਜਾ ਕੇ ਪਤਾ ਲੱਗਿਆ ਜਦੋਂ ਉੱਚ ਅਧਿਕਾਰੀ ਉਹਨਾਂ ਕੋਲ ਸ਼ਿਕਾਇਤ ਕਰਦੇ ਨੇ ਔਰ ਉਹਨਾਂ ਨੂੰ ਪ੍ਰੂਫ ਦਿੰਦੇ ਨੇ ਕਿ ਆਹ ਦੇਖੋ ਜੀ 3 ਘੰਟੇ ਦੀ ਰਿਕਾਰਡਿੰਗ ਹੈ, ਆਹ ਇਹ ਕਰ ਰਹੇ ਨੇ। ਤਾਂ ਫਿਰ ਜਦੋਂ ਰੌਲਾ ਹੀ ਪੈ ਜਾਂਦਾ ਨਾ ਤਾਂ ਫਿਰ ਬਹੁਤ ਵਾਰੀ ਮਜਬੂਰਨ ਤੁਹਾਨੂੰ ਕੋਈ ਨਾ ਕੋਈ ਸਟੈਪ ਲੈਣਾ ਪੈਂਦਾ। ਹਾਂ, ਜੇ ਗੱਲ ਗੁੱਝੀ ਰਹਿੰਦੀ ਸਿਰਫ ਇੱਕ ਅੱਧੇ ਬੰਦੇ ਰਹੇ, ਜੇ ਚੀਫ ਸੈਕਟਰੀ ਹੋ ਜਾਣੀ ਸੀ ਜਾਂ ਮਤਲਬ ਜਿਹੜੇ ਸਿਹਤ ਮੰਤਰਾਲੇ ਦੇ ਸਕੱਤਰ ਨੇ ਉਹਨਾਂ ਤੱਕ ਰਹਿੰਦੀ ਤੇ ਭਗਵੰਤ ਮਾਨ ਤੱਕ ਰਹਿੰਦੀ, ਹੋ ਸਕਦਾ ਹੈ ਆਈ ਗਈ ਹੋ ਜਾਂਦੀ। ਪਰ ਕਿਉਂਕਿ ਇਹ ਗੱਲ ਬਾਹਰ ਆ ਚੁੱਕੀ ਸੀ, ਇਸ ਕਰਕੇ ਇਹਦੇ ਤੇ ਐਕਸ਼ਨ ਲੈਣਾ ਜ਼ਰੂਰੀ ਸੀਗਾ। ਇੱਕ ਸ਼ੀਤਲ ਜੀ ਹੋਰ ਬਹੁਤ ਹੀ ਮਾੜੀ ਖਬਰ ਹੈ ਜੀ, ਸ਼ਾਇਦ ਕੁਝ ਲੋਕਾਂ ਨੇ ਸੁਣ ਵੀ ਲਈ ਹੋਵੇ, ਵੇਖ ਵੀ ਲਈ ਹੋਵੇ। ਅਮਰੀਕਾ ਦੇ ਵਿੱਚ ਟੈਕਸਸ ਦੇ ਕੋਲ ਇੱਕ ਖੇਤਰ ਦੇ ਵਿੱਚ ਇੱਕ 18 ਸਾਲ ਦੇ ਵਿਅਕਤੀ ਨੇ ਗੋਲੀਆਂ ਚਲਾ ਕੇ 19 ਬੱਚਿਆਂ ਨੂੰ ਸਕੂਲ ਦੇ ਐਲੀਮੈਂਟਰੀ ਸਕੂਲ ਦੇ 19 ਬੱਚਿਆਂ ਨੂੰ ਮਾਰਤਾ। ਅੱਛਾ, ਜਿਹਦੇ ਵਿੱਚ 2 ਐਡਲਟ ਨੇ, 21 ਮਤਲਬ ਜਿਹੜੇ ਨੇ ਮਾਰੇ ਗਏ ਨੇ। ਤਾਂ ਉਹਨੂੰ ਵੀ ਮਾਰ ਦਿੱਤਾ ਗਿਆ ਜਿਹਨੇ ਗੋਲੀਆਂ ਚਲਾਈਆਂ ਸੀ। ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਵਾਪਰਦੀਆਂ ਨੇ ਕਿਉਂਕਿ ਉੱਥੇ ਹਥਿਆਰਾਂ ਦੇ ਉੱਪਰ ਪਾਬੰਦੀ ਨਹੀਂ ਹੈ। ਜੀ ਬਿਲਕੁਲ। ਔਰ ਉਸ ਨੂੰ ਲੈ ਕੇ ਹੁਣ ਬੜਾ ਉੱਥੇ ਹੂ ਹੱਲਾ ਮਚ ਰਿਹਾ ਹੈ ਕਿ ਇਹ ਜਿਹੜੇ ਹਥਿਆਰ ਕੋਈ ਵੀ ਲੈ ਲੈਂਦਾ, ਉੱਥੇ ਕੋਈ ਵੀ ਖਰੀਦ ਲੈਂਦਾ। ਕਈਆਂ ਨੇ ਕਿੰਨੇ ਹਥਿਆਰ ਰੱਖੇ ਨੇ, ਵੀ ਇਹਦੇ ਤੇ ਪੂਰਨ ਪਾਬੰਦੀ ਹੋਣੀ ਚਾਹੀਦੀ ਹੈ। ਹੁਣ ਸਵਾਲ ਇਹ ਹੈ ਕਿ ਲੋਕਾਂ ਦੀ ਮਾਨਸਿਕਤਾ ਨੂੰ ਉੱਥੇ ਕੀ ਹੋਈ ਜਾਂਦਾ ਹੈ। ਜਦੋਂ ਬਹੁਤ ਜ਼ਿਆਦਾ ਤਰੱਕੀ ਹੋ ਜਾਵੇ ਨਾ, ਤੁਸੀਂ ਦੇਖੋ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਹੈ ਜੀ। ਆ GPS ਕੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਨਾ, ਔਰ ਰੋਬੋਟ ਆ ਗਏ ਨੇ ਜੀ। ਔਰ ਜਿਹੜੇ ਮਤਲਬ ਪਾਰ ਗ੍ਰਹਿਾਂ ਦੇ ਉੱਪਰ ਸਾਡੇ ਸਪੇਸਸ਼ਿਪਸ ਜਾਂਦੇ ਨੇ, ਉਹ ਜ਼ਿਆਦਾਤਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੁਆਰਾ ਗਵਰਨ ਕੀਤੇ ਜਾਂਦੇ ਨੇ ਜੀ। ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸੰਬੰਧ ਵਿੱਚ ਇਹ ਕਿਹਾ ਜਾਂਦਾ ਕਿ ਇੱਕ ਵਕਤ ਉਹ ਆ ਜਾਏਗਾ ਕਿ ਜਦੋਂ ਉਹ ਸਾਡੇ ਮਤਲਬ ਅਖਤਿਆਰ ਤੋਂ, ਸਾਡੇ ਕਾਬੂ ਤੋਂ ਬਾਹਰ ਹੋ ਜਾਣਗੇ ਔਰ ਉਸ ਵੇਲੇ ਜਿਹੜੀ ਮਨੁੱਖਤਾ ਉਹਨੂੰ ਨੁਕਸਾਨ ਪਹੁੰਚਾ ਸਕਦੇ ਨੇ, ਉਹ ਆਪਣੇ ਫੈਸਲੇ ਆਪ ਕਰਨ ਲੱਗ ਜਾਣਗੇ ਕਿਉਂਕਿ ਉਹਨਾਂ ਨੂੰ ਇੰਨਾ ਕੁਝ ਫੀਡ ਕਰ ਦਿੱਤਾ ਜਾਏਗਾ ਔਰ ਉਹਦਾ ਜਿਹੜਾ ਦੁਰਪ੍ਰਭਾਵ ਹੋਊਗਾ ਉਹ ਇਹੀ ਹੋਊਗਾ ਕਿ ਉਹ ਸਾਡੇ ਖਿਲਾਫ ਹੋ ਜਾਣਗੇ, ਉਹ ਆਪਣੇ ਡਿਸੀਜਨ ਆਪ ਹੀ ਲੈਣਗੇ। ਮਾਨਸਿਕਤਾ ਉੱਥੇ ਬੱਚਿਆਂ ਦੀ ਇਸ ਕਰਕੇ ਬਦਲ ਰਹੀ ਹੈ। ਕਾਰਨ ਇਹ ਹੈ ਕਿ ਜੋ ਕੁਝ ਸਧਾਰਨ ਮੁਲਕਾਂ ਜਾਂ ਗਰੀਬ ਮੁਲਕਾਂ ਦੇ ਵਿੱਚ ਜਾਂ ਤਰੱਕੀ ਯਾਫਤਾ ਮੁਲਕਾਂ ਦੇ ਵਿੱਚ ਹੁੰਦਾ ਹੈ, ਬੱਚਿਆਂ ਦੀ ਪਰਵਰਿਸ਼ ਵੱਲ ਮਾਂ-ਬਾਪ ਪੂਰੀ ਤਰ੍ਹਾਂ ਧਿਆਨ ਦਿੰਦੇ ਨੇ ਔਰ ਉਹਨਾਂ ਨੂੰ ਵੱਡੀ ਉਮਰ ਤੱਕ ਵੀ ਉਹ ਆਪਣੇ ਨਾਲ ਜੋੜ ਕੇ ਰੱਖਦੇ ਨੇ। ਵਿਆਹੇ ਵੀ ਜਾਣ ਨਾ, ਮੈਂ ਬਹੁਤ ਸਾਰੇ ਇਹੋ ਜਿਹੇ ਵੀ ਦੇਖੇ ਨੇ ਕਿ ਜਦੋਂ ਲੜਕਾ ਤੇ ਲੜਕੀ ਮੈਰਿਜ ਹੋ ਜਾਂਦੀ ਹੈ, ਮੁੰਡੇ ਦਾ ਵਿਆਹ ਕਰਤਾ ਤੇ ਮਾਂ-ਬਾਪ ਹਨੀਮੂਨ ਤੇ ਨਾਲ ਹੀ ਚਲੇ ਜਾਂਦੇ ਇਕੱਲੇ ਨੇ ਭਾਈ, ਐਵੇਂ ਹਨਾ, ਮਤਲਬ ਕਿਤੇ 100 ਕੋਈ ਗੱਲ ਹੋ ਜੇ ਹਨਾ, ਇਹਨਾਂ ਨੂੰ ਕੀ ਪਤਾ ਵੀ ਸਾਡੇ ਇੱਥੇ ਮਾਂ-ਬਾਪ ਦੀਆਂ ਨਜ਼ਰਾਂ 'ਚ ਬੱਚੇ ਹੀ ਰਹਿੰਦੇ ਨੇ, ਭਾਵੇਂ ਉਹ ਅੱਗੇ ਬੱਚਿਆਂ ਵਾਲੇ ਹੋ ਜਾਣ। ਪਰ ਉੱਥੇ ਹਜਾ ਨਹੀਂਗਾ। ਉੱਥੇ ਮਤਲਬ ਇੱਕ ਜਦੋਂ ਉਹ
ਕਹਿ ਲਓ 18 ਸਾਲ ਦੀ ਉਮਰ ਦੇ ਹੁੰਦੇ ਆ ਜਾਂ ਖਾਸ ਉਮਰ ਉਸ ਤੋਂ ਵੀ ਪਹਿਲਾਂ, ਇੱਕ ਤਾਂ ਉਹਨਾਂ ਨੂੰ ਇਹ ਸਿਖਲਾਈ ਦਿੱਤੀ ਜਾਂਦੀ ਹੈ ਕਿ ਵੀ ਆਪਣਾ ਤੁਸੀਂ ਬੋਝ ਆਪ ਉਠਾਓ, ਆਪਣੇ ਕੰਮ ਆਪ ਕਰਨੇ ਸਿੱਖ ਲਓ। ਕਈ ਵਾਰੀ ਗਾਹ ਵੇਚ ਦਾ ਵੀ ਕੰਮ ਕਰਨ ਲੱਗ ਜਾਂਦੇ ਨੇ, ਤਾਂ ਕੋਈ ਵਾਰੀ ਛੋਟੇ ਛੋਟੇ ਕੰਮ ਕਰਦੇ ਨੇ। ਉਹਨਾਂ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਖੁਦ ਮਿਹਨਤ ਕਰੋ ਤੇ ਖੁਦ ਕਮਾਓ। ਫਿਰ ਇੱਕ ਟਾਈਮ ਦੇ ਆ ਕੇ ਉਹ ਆਪਣਾ ਡਿਸੀਜਨ ਆਪ ਲੈਂਦੇ, ਘਰੋਂ ਬਾਹਰ ਚਲੇ ਜਾਂਦੇ ਆ। ਇੱਥੇ ਕੀ ਹੁੰਦਾ ਹੈ, ਇੱਥੇ ਉਹ ਉਸ ਮੁਹੱਬਤ ਤੋਂ ਵਿਰਵੇ ਹੋ ਜਾਂਦੇ ਨੇ, ਜਿਹੜੀ ਮੁਹੱਬਤ ਉਹਨਾਂ ਨੂੰ ਬਾਕੀਆਂ ਨਾਲ ਪਿਆਰ ਕਰਨਾ ਸਿਖਾਉਂਦੀ ਹੈ। ਔਰ ਜਿੰਨੀ ਦੇਰ ਤੱਕ ਘਰੋਂ ਮੁਹੱਬਤ ਨਾ ਮਿਲੇ ਜਾਂ ਮਾਂ-ਬਾਪ ਦੇ ਦਰਮਿਆਨ ਤਕਰਾਰ ਹੋਵੇ, ਤੁਹਾਨੂੰ ਪਤਾ ਉੱਥੇ ਡਾਈਵੋਰਸਿਸ ਜਿਹੜੇ ਨੇ ਉਹਨਾਂ ਦੀ ਦਰ ਬਹੁਤ ਜ਼ਿਆਦਾ ਕਿ ਉੱਥੇ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਮਤਲਬ ਜੇ ਲੜਕੀ ਹੈ ਉਹਨੇ ਲੜਕਾ ਪਸੰਦ ਕਰ ਲਿਆ, ਚਲੋ ਉਹਨਾਂ ਦੀ ਅੰਡਰਸਟੈਂਡਿੰਗ ਹੋ ਗਈ, ਇਕੱਠੇ ਰਹਿਣ ਲੱਗ ਗਏ ਲਿਵਿੰਗ ਰਿਲੇਸ਼ਨ ਦੇ ਵਿੱਚ। ਫਿਰ ਉਹਨਾਂ ਦੇ ਬੱਚੇ ਹੋ ਗਏ। then at a particular time they decided that now we should get married ਕਿ ਹੁਣ ਸਾਨੂੰ ਵਿਆਹ ਕਰਾ ਲੈਣਾ ਚਾਹੀਦਾ ਜੀ। ਕਿਸੇ ਤਰੀਕੇ ਨਾਲ ਇਹ ਗੱਲ ਠੀਕ ਵੀ ਹੈ, ਚਲੋ ਅੰਡਰਸਟੈਂਡਿੰਗ ਹੋ ਗਈ, ਵਿਆਹ ਕਰਾ ਲਿਆ ਜੀ। ਪਰ ਬੱਚੇ ਹੋਣ ਤੋਂ ਬਾਅਦ ਵਿਆਹ ਕਰਾਇਆ, ਠੀਕ। ਸਾਡੇ ਇਹ ਹੈ ਕਿ ਮੰਨ ਲਓ ਵਿਆਹ ਹੋ ਗਿਆ, ਥੋੜੀ ਬਹੁਤ ਤੰਗਦਸਤੀ ਹੋ ਗਈ, ਟਕੜਕਾ ਹੋ ਗਿਆ, ਗਾਲੂ ਗਾਲੀ ਹੋਣ ਲੱਗ ਗਏ, ਸਵੇਰੇ ਉੱਠ ਕੇ ਲੜ ਪਏ, ਦੁਪਹਿਰੇ ਲੜ ਪਏ, ਸ਼ਾਮ ਨੂੰ ਲੜ ਪਏ, ਪਰ ਇੱਕ ਦੂਜੇ ਦਾ ਲੜ ਨਹੀਂ ਛੱਡਿਆ। ਡਾਈਵੋਰਸ ਦਾ ਮਤਲਬ ਹੀ ਨਹੀਂ, ਕਿਉਂਕਿ ਸਿੱਖਿਆ ਇਹ ਦਿੱਤੀ ਜਾਂਦੀ ਹੈ ਘਰੋਂ, ਭਾਈ ਹੁਣ ਤੇਰੀ ਡੋਲੀ ਇੱਥੋਂ ਗਈ ਹੈ, ਤੇਰੀ ਅਰਥੀ ਉੱਥੋਂ ਹੀ ਨਿਕਲੇ ਤੇ ਤੂੰ ਹੁਣ ਵਾਪਸ ਨਾ ਆਵੇਂ। ਗੱਲ ਭਾਵੇਂ ਚੰਗੀ ਹੈ ਭਾਵੇਂ ਮਾੜੀ ਹੈ। ਸਾਡੇ ਇਹ ਹੈ ਕਿ ਕਿਉਂਕਿ ਮੁਹੱਬਤ ਦੀਆਂ ਤੰਦਾਂ ਇੰਨੀਆਂ ਪੀੜੀਆਂ ਹੁੰਦੀਆਂ ਨੇ ਕਿ ਉੱਥੇ ਥੱਪੜੋ ਥੱਪੜੀ ਵੀ ਹੋਈ ਜਾਣ ਤੇ ਤਾਂ ਵੀ ਮਤਲਬ ਰਿਸ਼ਤੇ ਦੇ ਵਿੱਚ ਕੋਈ ਦਰਾਰ ਨਹੀਂ ਆਉਂਦੀ ਬਾਹਰ। ਇਸ ਕਰਕੇ ਲੋਕ ਜਿਹੜੇ ਵਿਚਲਿਤ ਨੇ, ਬੱਚੇ ਨੇ ਜਿਹੜੇ, ਉਹਨਾਂ ਦੇ ਮਾਨਸਿਕ ਜਿਹੜਾ ਕਹਿ ਲੋ ਕਿ ਵਿਕਾਸ ਨਹੀਂ ਉਸ ਤਰ੍ਹਾਂ ਹੋਇਆ ਕਿ ਉਹਨਾਂ ਨੂੰ ਇਹ ਸਮਝਾਇਆ ਹੀ ਨਹੀਂ ਗਿਆ ਕਿ ਸਮਾਜ ਦੇ ਵਿੱਚ ਮੁਹੱਬਤ ਦੀ ਕੀ ਅਹਿਮੀਅਤ ਹੈ। ਇਹੀ ਕਾਰਨ ਹੈ ਕਿ ਦੇਖੋ ਇਹ ਜੇ ਦੁਖਾਂਤ ਇੱਕ ਵਾਰੀ ਨਹੀਂ ਵਾਪਰਿਆ, ਬਹੁਤ ਵਾਰ ਵਾਪਰੇ ਨੇ। ਸਾਡੇ ਕਲਚਰ ਦਾ ਫਰਕ ਹੈ, ਸਾਡੀ ਰਹਿਣੀ ਬਹਿਣੀ ਦਾ ਫਰਕ ਹੈ, ਰਿਵਾਜਾਂ ਦਾ ਫਰਕ ਹੈ, ਉਹਦੀ ਵਜ੍ਹਾ ਦੇ ਨਾਲ ਜਿਹੜਾ ਉਹਨਾਂ ਦੇ ਅੰਦਰ ਪਿਆਰ ਦੀ ਭਾਵਨਾ ਨਹੀਂ ਹੁੰਦੀ ਜਿੰਨੀ ਸਾਡੇ ਵਿੱਚ ਹੁੰਦੀ ਹੈ। ਇਹੋ ਜਿਹੀ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। UK ਯੂਨੀਵਰਸਿਟੀ ਦੇ ਵਿੱਚ ਨਰਸਿੰਗ ਦੇ ਸੀਨੀਅਰ ਲੈਕਚਰਰ ਸੀਗੇ ਮੌਰਿਸਨ ਸੈਲੀਵਨ, ਉਹਨਾਂ ਦੇ ਖਿਲਾਫ ਆਪਣੇ ਨਾਲ ਹੀ ਕੰਮ ਕਰਦੇ ਇੱਕ ਸਿੱਖ ਵਿਅਕਤੀ ਨੂੰ ਸਿੱਖ ਲੜਕੀ ਨੂੰ ਨਸਲਵਾਦੀ ਕਈ ਟਿੱਪਣੀਆਂ ਕਰਨ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਫੜ ਲਿਆ ਗਿਆ। ਕਹਿੰਦੇ ਉਹਨਾਂ ਨੇ ਕਈ ਵਾਰ ਉਹਨੂੰ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਤੂੰ ਹੈਟ ਪਾਈ ਹੋਈ ਹੈ ਤੇ ਤੁਹਾਡੇ ਬਾਬਾ ਜੀ ਨੇ ਤੁਹਾਨੂੰ ਹੈਟ ਦਿੱਤੀ ਹੈ। ਸੋ ਇਹੋ ਜਿਹੇ ਕਹਿੰਦੇ ਕਈ ਵਾਰ ਉਹਨਾਂ ਨੇ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਜਿਹੜੀਆਂ ਕਿ ਨਹੀਂ ਠੀਕ ਸਨ, ਇੱਕ ਧਾਰਮਿਕ ਧਰਮ ਵਿਸ਼ੇਸ਼ ਦੇ ਲਈ ਨਹੀਂ ਚੰਗੀਆਂ ਮੰਨੀਆਂ ਜਾਂਦੀਆਂ ਸਨ। ਤੁਸੀਂ ਇਹ ਦੇਖੋ, UK ਹੋ ਜਾਏ, ਅਮਰੀਕਾ ਹੋ ਜਾਏ, ਕਿੱਥੇ ਦੀ ਵੀ ਖਬਰ ਹੋ ਜਾਏ, ਰੇਸਿਜ਼ਮ ਦਾ ਮਾਮਲਾ ਹੋ ਗਿਆ, ਗੋਲੀਆਂ ਦਾ ਮਾਮਲਾ ਹੋ ਗਿਆ, ਪਿਸਤਲ ਦਾ ਮਾਮਲਾ ਹੋ ਗਿਆ ਕਿ ਕਿਤੇ ਵੀ ਜਾ ਕੇ ਗੋਲੀਆਂ ਚਲਾ ਦਿੱਤੀਆਂ, ਜਾਂ ਗੋਰੇ ਕਾਲੇ ਦਾ ਮਾਮਲਾ ਹੋ ਗਿਆ, ਇਹ ਮਾਮਲੇ ਹਜੇ ਤੱਕ ਉੱਥੇ ਖਤਮ ਨਹੀਂ ਹੋ ਰਹੇ। ਦੇਖੋ ਬਹੁਤ ਸਾਰੇ ਲੋਕ ਜਿਹੜੇ ਨੇ, ਮੈਂ ਸਮਝਦਾ ਪੜ੍ਹ ਲਿਖ ਕੇ ਵੀ ਗਵਾਇਆ ਉਹਨਾਂ ਨੇ, ਪੜ੍ਹ ਲਿਖ ਕੇ ਵੀ ਉਹਨਾਂ ਦਾ ਮਾਨਸਿਕ ਵਿਕਾਸ ਨਹੀਂ ਹੋਇਆ ਔਰ ਉਹ ਇਹ ਜਾਣ ਹੀ ਨਹੀਂ ਸਕੇ ਕਿ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਦੀ ਕੀ ਅਹਿਮੀਅਤ ਹੈ ਜੀ। ਉਹਨਾਂ ਨੂੰ ਬਹੁਤ ਸਾਰਿਆਂ ਨੂੰ ਦਿਮਾਗ ਦੇ ਵਿੱਚ ਇਹ ਪਾਤਾ ਕਿ ਜੇ ਤੁਸੀਂ ਗੋਰੇ ਹੋ ਤੇ ਤੁਸੀਂ ਸੁਪਰ ਹੋ, ਵਾਈਟ ਸੁਪਰਮੇਸੀ ਕਹਿੰਦੇ ਆ ਜਿਹਨੂੰ। ਔਰ ਬਰਤਾਨੀਆ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕਈ ਲਹਿਰਾਂ ਚੱਲੀਆਂ ਜਿਹਨਾਂ 'ਚ ਸਕਿਨ ਹੈਡ ਸੀਗੇ, ਜਿਹੜੇ ਕਿ ਸਿਆਹ-ਫਾਮ ਲੋਕਾਂ ਨੂੰ ਜਾਂ ਪੂਰੀਆਂ ਨਸਲਾਂ ਵਾਲੇ ਲੋਕਾਂ ਨੂੰ ਨਫ਼ਰਤ ਕਰਦੇ ਸੀ। ਇਹ ਜਿਹੜੇ ਗੋਰੇ ਮੁਲਕ ਨੇ, ਇੱਥੇ ਬਹੁਤ ਸਾਰੀਆਂ ਐਸੀਆਂ ਕੱਟੜ ਗੋਰੀਆਂ ਜਥੇਬੰਦੀਆਂ ਨੇ ਜਿਹੜੇ ਚਾਹੁੰਦੇ ਨੇ ਕਿ ਬਾਹਰਲੇ ਲੋਕ ਇੱਥੇ ਆ ਕੇ ਸਾਡੇ ਸੱਭਿਆਚਾਰ ਨੂੰ ਦੂਸ਼ਿਤ ਕਰ ਰਹੇ ਨੇ ਜੀ, ਔਰ ਉਹ ਫਿਰ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਨੇ। ਤੁਸੀਂ ਵੇਖਿਆ ਹੋਣਾ ਹੈ ਕਿ ਸਿਆਹ-ਫਾਮ ਲੋਕ ਜਿਹੜੇ ਅਫਰੀਕਾ ਤੋਂ ਆ ਕੇ ਅਮਰੀਕਾ ਦੇ ਵਿੱਚ ਵਸੇ ਹੋਏ ਨੇ, ਉਹਨਾਂ ਨੂੰ ਬਹੁਤ ਵਾਰੀ ਪੁਲਿਸ ਵਾਲਿਆਂ ਨੇ ਵੀ ਬਹੁਤ ਕਹਿ ਲਓ ਨਿਰਦਇਤਾ ਨਾਲ ਕਤਲ ਕੀਤਾ। ਪੁਲਿਸ ਨੇ ਆਪਣੀ ਜ਼ਿੰਮੇਵਾਰੀ ਠੀਕ ਢੰਗ ਨਾਲ ਨਹੀਂ ਨਿਭਾਈ। ਔਰ ਇੱਕ ਤੁਹਾਨੂੰ ਪਤਾ ਹੈ ਕਿ ਪਿੱਛੇ ਜਿਹੀ ਘਟਨਾ ਵਾਪਰੀ ਸੀ ਜਿੱਥੇ ਉਹ ਗੋਡਾ ਸਿਰ ਤੇ ਰੱਖ ਕੇ ਉਹ ਕਹਿ ਰਿਹਾ ਅੱਗਿਓਂ ਕਿ ਮੈਨੂੰ ਸਾਹ ਨਹੀਂ ਆ ਰਿਹਾ, ਤੇ ਉਹਦੇ ਤੇ ਬੜੀ ਵੱਡੀ ਇੱਕ ਲਹਿਰ ਪੈਦਾ ਹੋਈ ਸੀ ਰੋਹ ਦੀ। ਬਰਤਾਨੀਆ ਦੇ ਵਿੱਚ ਹੋਏ ਜਾਂ ਅਮਰੀਕਾ ਦੇ ਵਿੱਚ ਹੋਏ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਬਹੁਤ ਵਾਰੀ ਸਿੱਖ ਜਿਹੜੇ ਨੌਜਵਾਨ ਨੇ ਜਾਂ ਸਿੱਖ ਬਜ਼ੁਰਗ ਨੇ, ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਔਰ ਗੁਰਦੁਆਰਿਆਂ ਦੀ ਕੰਧਾਂ ਤੇ ਵੀ ਨਫ਼ਰਤੀ ਜਿਹੜੇ ਨੇ ਨਾਅਰੇ ਲਿਖੇ ਗਏ ਨੇ। ਇਹ ਜਿਹੜੀ ਘਟਨਾ ਹੈ, ਉਹ ਨਰਸ ਜਿਹੜੀ ਆ ਉਹ ਪਗੜੀ ਬੰਨ੍ਹਦੀ ਸੀ, ਦਸਤਾਰ ਬੰਨ੍ਹਦੀ ਸੀ, ਜਿਵੇਂ ਲੜਕੀਆਂ ਦਸਤਾਰ ਗੋਲ ਬੰਨ੍ਹਦੀਆਂ ਨੇ। ਇਹ ਜਿਹੜੀ ਗੋਰੀ ਸੀ ਉਹਨੂੰ ਕਹਿੰਦੇ ਸੀ ਤੇਰਾ ਹੈਟ ਕਿੱਥੇ ਹੈ, ਹੈਟ ਕਿੱਥੇ ਹੈ। ਇਹ ਵੀ ਇੱਕ ਦੋ ਵਾਰ ਕਿਹਾ ਕਿ ਤੂੰ ਪੱਟੀ ਬੰਨੀ ਹੋਈ ਹੈ, ਹਾਂ ਗੁਰੂ ਨਾਨਕ ਤੇਰਾ ਮੇਟ ਹੈ, ਕੁਛ ਇਸ ਤਰ੍ਹਾਂ ਦੀ ਉਹ ਗੱਲ ਕਰਦੀ ਸੀ। ਤਾਂ ਉਹਦਾ ਜਿਹੜਾ ਸਖਤ ਨੋਟਿਸ ਲਿਆ ਉੱਥੋਂ ਦੇ ਪ੍ਰਸ਼ਾਸਨ ਨੇ ਔਰ ਉਹਨੂੰ ਉੱਥੋਂ ਕੱਢਤਾ। ਇਹੋ ਜਿਹੇ ਲੋਕਾਂ ਨੂੰ ਬੜਾ ਕਰੜਾ ਸਬਕ ਮਿਲਣਾ ਚਾਹੀਦਾ। ਤੁਸੀਂ ਗੋਰੇ ਹੋ, ਤੁਸੀਂ ਕਾਲੇ ਹੋ, ਜੋ ਮਰਜ਼ੀ ਹੋ, ਪਰ ਤੁਸੀਂ ਏਕ ਪਿਤਾ ਏਕ ਸਕੇ ਹਮ ਬਾਰਿਕ, ਬਿਲਕੁਲ ਇੱਕੋ ਸਰੋਤ ਹੈ ਸਾਡਾ। ਉਹ ਕਿਉਂਕਿ ਜਦੋਂ ਮਨੁੱਖ ਜਾਤੀ ਨੇ ਪਲਾਇਨ ਕਰਨਾ ਸ਼ੁਰੂ ਕੀਤਾ ਇੱਕ ਕੰਟੀਨੈਂਟ ਤੋਂ ਦੂਜੇ ਕੰਟੀਨੈਂਟ ਤੱਕ, ਫਿਰ ਦੂਜੇ ਤੋਂ ਤੀਜੇ ਕੰਟੀਨੈਂਟ ਤੱਕ,
ਔਰ ਕਾਫਲੇ ਇਨਸਾਨਾਂ ਦੇ ਦੂਰ ਦਰਾਜ ਜਾਂਦੇ ਰਹੇ, ਵੱਖੋ ਵੱਖਰੀ ਜਲਵਾਯੂ 'ਚ ਜਾ ਕੇ ਸੈਟਲ ਹੁੰਦੇ ਰਹੇ, ਤਾਂ ਉਹਨਾਂ ਤੇ ਜਲਵਾਯੂ ਦੇ ਪ੍ਰਭਾਵ ਕਾਰਨ ਉਹੀ ਜਿਹੇ ਹੋ ਗਏ। ਹੁਣ ਜਿਵੇਂ ਆਪਣੇ ਜਿਹੜੀਆਂ ਕਾਟੂਆਂ ਵੇਖਦੇ ਆ ਆਪਾਂ, ਜਿਹਨੂੰ ਸਕੁਇਰਲਸ ਕਹਿੰਦੇ ਆ ਆਪਾਂ, ਜੀ ਉਹ ਕਾਟੂਆਂ ਆਪਣੇ ਇੱਥੇ ਏਡੀਆਂ ਏਡੀਆਂ ਨੇ, ਮਤਲਬ ਤੁਸੀਂ ਤਸੱਵੁਰ ਨਹੀਂ ਕਰ ਸਕਦੇ ਕਿ ਬਰਤਾਨੀਆ 'ਚ ਕਾਟੋ ਐਡੀ ਹੁੰਦੀ ਹੈ ਜੀ। ਉਹ ਦੇਖ ਕੇ ਅਸੀਂ ਬੜੇ ਹੈਰਾਨ ਹੋਏ। ਸੋ ਕਬੂਤਰ ਨੇ ਜਿਹੜੇ ਠੰਡੇ ਇਲਾਕੇ ਦੇ ਕਬੂਤਰ ਹੋਣਗੇ, ਉਹਨਾਂ ਦੇ ਪੈਰਾਂ ਤੱਕ ਵੀ ਮਤਲਬ ਜਿਹੜੇ ਨੇ ਉਹ ਛੋਟੇ ਛੋਟੇ ਲੂਈ ਜੀ ਹੈ, ਮਤਲਬ ਪੈਰ ਵੀ ਢਕੇ ਹੋਏ ਨੇ ਉਹਨਾਂ ਦੇ, ਕਿਉਂਕਿ ਸਰਦੀ ਆ ਉੱਥੇ। ਤਾਂ ਸਰਦ ਮੁਲਕਾਂ ਦੇ ਵਿੱਚ ਜਾਨਵਰ ਨੇ ਜਿਹੜੇ, ਉਹਨਾਂ ਦੇ ਉੱਪਰ ਜ਼ਿਆਦਾ ਜੱਤ ਹੁੰਦੀ ਹੈ। ਉੱਥੋਂ ਦੇ ਜਿਹੜੇ ਡੌਗਸ ਨੇ, ਉਸ ਤਰ੍ਹਾਂ ਹੀ ਜਿਹੜੇ ਮਤਲਬ ਐਸਕੀਮੋਸ ਕੋਲੇ ਡੌਗਸ ਹੁੰਦੇ ਨੇ, ਤੁਸੀਂ ਵੇਖੋ ਵੀ ਉਹ ਕਿੰਨੀ ਮਤਲਬ ਠੰਡੀ ਜਲਵਾਯੂ ਦੇ ਵਿੱਚ ਰਹਿ ਸਕਦੇ ਨੇ, ਉਸ ਤਰ੍ਹਾਂ ਦੇ ਵਾਤਾਵਰਣ 'ਚ ਰਹਿੰਦੇ ਨੇ, ਉਹਨਾਂ ਦੀ ਬੜੀ ਜੱਤ ਹੁੰਦੀ ਹੈ। ਤਾਂ ਇਸੇ ਤਰ੍ਹਾਂ ਮਨੁੱਖ ਹੈ ਜਿਹੜਾ, ਉਹ ਜਦੋਂ ਵੱਖੋ ਵੱਖਰੀਆਂ ਥਾਵਾਂ ਤੇ ਜਾ ਕੇ ਸੈੱਟ ਹੋਇਆ ਤੇ ਉਹਨੇ ਉਸ ਤਰ੍ਹਾਂ ਦੇ ਪ੍ਰਭਾਵ ਕਬੂਲੇ। ਅਜੇ ਤੱਕ ਦੁਨੀਆ ਦੇ ਵਿੱਚ ਬਹੁਤ ਸਾਰੇ ਅੰਨ੍ਹਿਆਂ ਨੂੰ, ਬੋਲਿਆਂ ਨੂੰ, ਬੌਂਗਿਆਂ ਨੂੰ ਇਹ ਸਮਝ ਨਹੀਂ ਆਈ ਕਿ ਭਾਈ ਜਦੋਂ ਸਾਡੇ 'ਚ ਰੰਗ, ਨਸਲ, ਊਚ ਨੀਚ ਜਾਂ ਜਾਤ ਪਾਤ ਦੇ ਵਖਰੇਵਿਆਂ ਦੇ ਸੰਬੰਧ ਵਿੱਚ ਸਾਡੇ ਪੈਗੰਬਰ ਨੇ ਜਾਂ ਤੁਹਾਡੇ ਪੈਗੰਬਰ ਨੇ ਜਾਂ ਦੁਨੀਆ ਦੇ ਕਿਸੇ ਵੀ ਪੈਗੰਬਰ ਨੇ ਇਹ ਮੋਹਰ ਨਹੀਂ ਲਾਈ ਕਿ ਹਾਂ ਇਹਨਾਂ ਦੀ ਕੋਈ ਅਹਿਮੀਅਤ ਹੈ, ਤਾਂ ਫਿਰ ਤੁਹਾਨੂੰ ਇਹ ਰਾਈਟ ਕਿਹਨੇ ਦਿੱਤਾ ਕਿ ਤੁਸੀਂ ਰੰਗ ਨਸਲ ਦੇ ਆਧਾਰ ਤੇ ਲੋਕਾਂ ਦੇ ਦਰਮਿਆਨ ਵਿਤਕਰੇ ਕਰੋ। ਜੀ ਬਿਲਕੁਲ। ਇਹਦੇ ਨਾਲ ਹੀ ਅਗਲੇ ਮੁੱਦੇ ਵੱਲ ਵਧਦੇ ਹਾਂ। ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨੇ ਦੋਸ਼ ਲਗਾਇਆ ਕਿ ਬੋਲਣ ਦੀ ਆਜ਼ਾਦੀ ਦੇਣ ਵਾਲੇ ਅਦਾਰਿਆਂ ਨੂੰ ਹੁਣ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉਹਨਾਂ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਬੋਲਣ ਦੀ ਆਜ਼ਾਦੀ ਦੇ ਵਿੱਚ ਅੜਿੱਕੇ ਪਾਏ ਜਾ ਰਹੇ ਨੇ, ਜਿਸ ਦੇ ਵਿੱਚ ਕਈ ਅਦਾਰਿਆਂ ਦੇ ਵਿੱਚ ਅਧਿਕ ਤਾਕਤਾਂ ਦੇ ਵੱਲੋਂ ਅਦਾਰਿਆਂ ਦੇ ਵਿੱਚ ਜਿਹੜੇ ਹਮਲੇ ਕੀਤੇ ਜਾ ਰਹੇ ਨੇ। ਕੈਂਬਰਿਜ ਯੂਨੀਵਰਸਿਟੀ ਦੇ ਵੱਲੋਂ ਇੱਕ ਸਮਾਗਮ ਜਿਹੜਾ ਕਰਵਾਇਆ ਗਿਆ, ਉਹਦੇ ਵਿੱਚ ਇਹਨਾਂ ਨੇ ਸ਼ਿਰਕਤ ਕੀਤੀ ਔਰ ਉੱਥੇ ਭਾਰਤੀ ਮੂਲ ਦੀ ਡਾਕਟਰ ਸ਼ਰੂਤੀ ਕਪਿਲਾ ਦੇ ਨਾਲ ਇਹਨਾਂ ਨੇ ਇੱਕ ਗੱਲਬਾਤ ਕੀਤੀ। ਕੀ ਲੱਗਦਾ ਇਹਨਾਂ ਦਾ ਇਸ਼ਾਰਾ ਕਿਸ ਵੱਲ ਸੀ? ਦੇਖੋ ਸ਼ੀਤਲ ਜੀ, ਜੇ ਆਪਾਂ ਸੰਨ 2014 ਤੋਂ ਬਾਅਦ ਤੇ ਹੁਣ ਤੱਕ ਦਾ ਮਤਲਬ ਜਿਹੜਾ ਸਮਾਂ ਇਹਦਾ ਵਿਸ਼ਲੇਸ਼ਣ ਕਰੀਏ ਤਾਂ ਬਹੁਤ ਸਾਰੀਆਂ ਐਸੀਆਂ ਗੱਲਾਂ ਹੋਈਆਂ ਨੇ। ਜਿਵੇਂ ਤੁਹਾਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਜਦੋਂ ਦੰਗੇ ਹੋਏ ਦੋ ਫਿਰਕਿਆਂ ਦੇ ਦਰਮਿਆਨ, ਉਦੋਂ ਸੱਤਾਧਾਰੀ ਪਾਰਟੀ ਦੇ ਕੁਝ ਆਗੂਆਂ ਨੇ ਬੜਾ ਨਫ਼ਰਤੀ ਪ੍ਰਚਾਰ ਕੀਤਾ ਜੀ। ਉਹਦੇ ਉਸ ਮੁਹਿੰਮ ਦੇ ਵਿੱਚ ਮਤਲਬ ਇੱਕ ਫਿਰਕੇ ਨੂੰ ਨਿਸ਼ਾਨਾ ਬਣਾਇਆ ਗਿਆ, ਉਹਨਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ ਔਰ ਕਈ ਲੋਕ ਮਾਰੇ ਵੀ ਗਏ, ਅੱਗਾਂ ਵੀ ਲਾਈਆਂ ਗਈਆਂ। ਜਿਹੜੇ ਭੜਕਾਉਣ ਵਾਲੇ ਲੋਕ ਸਨ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਉਲਟਾ ਹੋਇਆ ਕਿ ਜਿਹੜੇ ਬਿਲਕੁਲ ਹੀ ਕਸੂਰਵਾਰ ਨਹੀਂ ਸਨ ਤੇ ਉਹਨਾਂ ਨੂੰ ਦੇਸ਼ ਧਰੋਹ ਦੇ ਆਰੋਪ ਲਾ ਕੇ ਜੇਲ੍ਹ 'ਚ ਰੱਖ ਦਿੱਤਾ ਗਿਆ। ਉਹਦੇ 'ਚ ਬੁੱਧੀਜੀਵੀ ਵੀ ਸੀ, ਵਿਦਿਆਰਥੀ ਆਗੂ ਵੀ ਸੀ, ਚਿੰਤਕ ਵੀ ਸੀ, ਪੱਤਰਕਾਰ ਵੀ ਸੀ ਜੀ। ਸਰਜੀਲ ਇਮਾਮ, ਸਫੂਰਾ ਜ਼ਰਗਰ, ਮਤਲਬ ਬਹੁਤ ਸਾਰੇ ਐਸੇ ਨਾਮ ਨੇ, ਵਰਵਰਾ ਰਾਓ ਜੀ, ਜਿਨ੍ਹਾਂ ਨੂੰ ਸਿਰਫ ਇਸ ਕਰਕੇ ਅੰਦਰ ਕੀਤਾ ਗਿਆ ਕਿ ਉਹ ਆਪਣੇ ਜੋ ਉਹਨਾਂ ਦੇ ਵਿਚਾਰ ਨੇ ਕਿਸੇ ਵੀ ਮੁੱਦੇ ਮਸਲੇ ਬਾਰੇ ਉਹਨਾਂ ਨੂੰ ਉਹ ਨਿਸ਼ੰਗ ਪ੍ਰਗਟਾਉਂਦੇ ਆ ਜੀ, ਤਾਂ ਉਹ ਗੱਲ ਜਿਹੜੀ ਸਰਕਾਰ ਨੂੰ ਨਾਗਵਾਰ ਗੁਜ਼ਰੀ, ਤਾਂ ਇਸ ਕਰਕੇ ਉਹਨਾਂ ਨੂੰ ਜੇਲ੍ਹ ਯਾਤਰਾ ਕਰਨੀ ਪਈ। ਤਾਂ ਗੱਲ ਇਹ ਹੈ, ਇਹ ਰਾਹੁਲ ਗਾਂਧੀ ਨੇ ਉਸ ਸੰਦਰਭ 'ਚ ਇਹ ਗੱਲ ਕਹੀ ਹੈ ਕਿ ਸਾਡਾ ਸੰਵਿਧਾਨ ਆ ਜਿਹੜਾ, ਉਹ ਸਾਨੂੰ ਵਿਚਾਰਾਂ ਦੇ ਖੁੱਲ੍ਹਮ ਖੁੱਲ੍ਹੇ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ। ਹਾਂ, ਸਾਡੇ ਪ੍ਰਗਟਾਵੇ ਨਾਲ ਕੋਈ ਨਫ਼ਰਤ ਨਾ ਫੈਲੇ ਜੀ, ਕੋਈ ਬਦਅਮਨੀ ਨਾ ਹੋਵੇ, ਕੋਈ ਹਿੰਸਾ ਨਾ ਹੋਵੇ। ਲੇਕਿਨ ਜੇ ਸਾਡੇ ਪ੍ਰਗਟਾਵੇ ਨਾਲ ਕਿਸੇ ਮਸਲੇ ਦੇ ਉੱਪਰ ਅਸੀਂ ਤਰਕਪੂਰਨ ਮਤਲਬ ਟਿੱਪਣੀ ਕਰਦੇ ਹਾਂ ਤਾਂ ਉਹਨੂੰ ਦੇਸ਼ ਧਰੋਹ ਦੀ ਕੈਟੇਗਰੀ 'ਚ ਨਹੀਂ ਰੱਖਿਆ ਜਾਣਾ ਚਾਹੀਦਾ। ਔਰ ਸੁਪਰੀਮ ਕੋਰਟ ਦੇ ਵਿੱਚ ਤੁਹਾਨੂੰ ਪਤਾ ਇਹ ਗੱਲ ਮਤਲਬ ਜ਼ੇਰੇ ਗੌਰ ਹੈ ਕਿ ਜਿਹੜੀ ਧਾਰਾ 124A ਹੈ ਦੇਸ਼ ਧਰੋਹ ਦੀ, ਜਿਹੜੀ ਕਿ ਬਹੁਤ ਸਾਲ ਪੁਰਾਣੀ ਹੈ ਔਰ ਅੰਗਰੇਜ਼ ਸਾਮਰਾਜ ਦੇ ਵਕਤ ਦੀ ਹੈ, ਉਸ ਨੂੰ ਕਿਉਂ ਨਾ ਹਟਾਇਆ ਜਾਵੇ ਜੀ। ਸਰਕਾਰ ਤੋਂ ਉਸ ਸੰਬੰਧ ਵਿੱਚ ਜਵਾਬ ਮੰਗਿਆ ਔਰ ਹੋ ਸਕਦਾ ਸੁਪਰੀਮ ਕੋਰਟ ਦਾ ਜਵਾਬ ਜਿਹੜਾ ਹੈ ਜਾਂ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਭਵਿੱਖ 'ਚ ਆਏਗਾ ਉਹ ਇਹ ਧਾਰਾ ਨੂੰ ਬਿਲਕੁਲ ਖਤਮ ਕਰ ਦੇ, ਤਾਂ ਸਰਕਾਰ ਹੋ ਸਕਦਾ ਉਸ ਤੋਂ ਬਾਅਦ ਕੋਈ ਹੋਰ ਵਿਕਲਪ ਲੱਭ ਲੇ ਜੀ। ਲੇਕਿਨ ਗੱਲ ਇਹ ਹੈ ਕਿ ਵਿਚਾਰਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਔਰ ਸੰਵਾਦ ਜਿਹੜਾ ਇਹ ਲੋਕਤੰਤਰ ਦੇ ਜਮਹੂਰੀਅਤ ਦੇ ਥੰਮ ਨੇ ਜੀ। ਜੇ ਤੁਸੀਂ ਸੰਵਾਦ ਨਹੀਂ ਕਰੋਗੇ, ਵਿਚਾਰਾਂ ਦਾ ਆਦਾਨ ਪ੍ਰਦਾਨ ਨਹੀਂ ਕਰੋਗੇ, ਜੇ ਤੁਸੀਂ ਠੀਕ ਜਿਵੇਂ ਕਹਿ ਲਓ ਕਿ ਤਰਕਪੂਰਨ ਕਿਸੇ ਦੀ ਆਲੋਚਨਾ ਨਹੀਂ ਕਰੋਗੇ, ਤਾਂ ਫਿਰ ਵਿਕਾਸ ਕਿਵੇਂ ਹੋ ਗਿਆ ਜੀ। ਵਿਰੋਧ ਚੋਂ ਹੀ ਵਿਕਾਸ ਹੁੰਦਾ ਹੈ। ਜੇ ਵਿਰੋਧ ਨਹੀਂ ਹੋਏਗਾ ਤਾਂ ਵਿਕਾਸ ਕਿਵੇਂ ਹੋਏਗਾ? ਸੋ ਇਹ ਗੱਲ ਸਮਝੀ ਨਹੀਂ ਜਾ ਰਹੀ। ਔਰ ਜਿਹੜੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ, ਹੁਣ ਜਿਹੜੀ ਲੇਟੈਸਟ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ ਕਿ IAS ਲੇਡੀ ਜਿਹੜੀ ਹੈ ਉਹ ਫੜੀ ਗਈ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜੀ, ਤਾਂ ਉਹਦੇ ਘਰੋਂ ਬਹੁਤ ਸਾਰਾ ਪੈਸਾ ਨਿਕਲਿਆ, ਉਹਦੇ ਜਿਹੜੇ ਨਜ਼ਦੀਕੀ ਸੀ ਉਹਨਾਂ ਦੇ ਕੋਲੋਂ ਬਰਾਮਦ ਹੋਇਆ, ਕਰੋੜਾਂ ਹੀ
ਮਸ਼ੀਨਾਂ ਲਾਈਆਂ ਗਈਆਂ ਪੈਸੇ ਗਿਣਨ ਵਾਸਤੇ। ਹੂੰ ਉਹਨਾਂ ਦੀ ਇੱਕ ਬਹੁਤ ਸਾਰੀ ਪੁਰਾਣੀ ਫੋਟੋ ਜਿਹੜੀ ਹੈ ਹੂੰ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਿਸੇ ਨੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਕਰ ਦਿੱਤੀ। ਔਰ ਉਹਨੂੰ ਪਕੜ ਲਿਆ ਗਿਆ। ਅੱਜ ਤੱਕ ਉਹਦੀ ਜ਼ਮਾਨਤ ਨਹੀਂ ਹੋਈ, ਜ਼ਮਾਨਤ ਉਹਦੀ ਰੱਦ ਕਰਤੀ ਔਰ ਅਦਾਲਤ ਨੇ ਕਿਹਾ ਕਿ ਤੂੰ ਹੋਰ ਕਿਤੇ ਜਾ ਜੇ ਜ਼ਮਾਨਤ ਲੈਣੀ ਹੈ। ਠੀਕ ਹੈ, ਤੋ ਵੱਡਾ ਦਿਲ ਰੱਖ ਕੇ ਤਾਂ ਚਾਹੀਦਾ ਇਹ ਸੀਗਾ ਕਿ ਠੀਕ ਆ ਉਹਨੇ ਪਾਤੀ। ਇਹ ਵੀ ਕਿਹਾ ਜਾ ਸਕਦਾ ਸੀਗਾ ਕਿ ਅਸੀਂ ਤਾਂ ਇਹੋ ਜਿਹੇ ਬਹੁਤ ਸਾਰੇ ਅਫਸਰਾਂ ਨੂੰ ਮਿਲਦੇ ਹੀ ਰਹਿੰਦੇ ਆ ਤੇ ਇਹਦੇ ਵਿੱਚ ਸਾਨੂੰ ਕੀ ਪਤਾ ਕਿ ਉਹਦਾ ਕਿਰਦਾਰ ਕੀ ਹੋ ਸਕਦਾ ਹੈ। ਵੀ ਗ੍ਰਹਿ ਮੰਤਰੀ ਨਾਲ ਕੋਈ ਵੀ ਬੰਦਾ ਫੋਟੋ ਖਿਚਾ ਸਕਦਾ ਉਹਦੇ ਗ੍ਰਹਿ ਮੰਤਰੀ ਦਾ ਕੀ ਕਸੂਰ ਹੈ? ਕਸੂਰ ਹੈ? ਸੋ ਇਹ ਗੱਲ ਨੂੰ ਇਸ ਤਰ੍ਹਾਂ ਲਿਆ ਜਾਣਾ ਚਾਹੀਦਾ ਸੀ, ਨਾ ਕਿ ਇਸ ਤਰ੍ਹਾਂ ਲਿਆ ਜਾਣਾ ਚਾਹੀਦਾ ਸੀ ਕਿ ਇਹਦੇ ਨਾਲ ਗ੍ਰਹਿ ਮੰਤਰੀ ਦਾ ਕੱਦ ਛੋਟਾ ਹੋਇਆ। ਕੱਦ ਗ੍ਰਹਿ ਮੰਤਰੀ ਦਾ ਛੋਟਾ ਨਹੀਂ ਹੋਇਆ, ਕੱਦ ਤਾਂ ਮਤਲਬ ਉਸ ਦਾ ਛੋਟਾ ਹੋਇਆ ਹੈ ਜਿਹਨੇ ਇਹ ਅਪਲੋਡ ਕੀਤੀ ਹੈ ਕਿ ਉਹਦੀ ਮਾਨਸਿਕਤਾ ਕੀ ਉਹ ਦੱਸਣਾ ਨਹੀਂ ਚਾਹੁੰਦਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਸਾਨੂੰ ਬਚਣਾ ਚਾਹੀਦਾ। ਬਿਲਕੁਲ। ਇਹਦੇ ਨਾਲ ਹੀ ਹੁਣ ਰੁੱਖ ਕਰਦੇ ਹਾਂ ਅਗਲੀ ਖਬਰ ਵੱਲ। ਸ਼੍ਰੀਨਗਰ ਦੀ ਖਬਰ ਹੈ ਜਿੱਥੇ ਇੱਕ ਪੁਲਿਸ ਮੁਲਾਜ਼ਮ ਦੀ ਜਿਹੜੀ ਹੱਤਿਆ ਆਤੰਕਵਾਦੀਆਂ ਦੇ ਵੱਲੋਂ ਕੀਤੀ ਗਈ। ਕਹਿੰਦੇ ਉਹ ਵਿਅਕਤੀ ਆਪਣੇ ਘਰ ਦੇ ਬਾਹਰ ਆਪਣੀ ਬੇਟੀ ਨੂੰ, ਛੋਟੀ ਬੇਟੀ ਜਿਹੜੀ ਕਿ 9 ਸਾਲਾਂ ਦੀ ਸੀ, ਉਸਨੂੰ ਟਿਊਸ਼ਨ ਛੱਡਣ ਦੇ ਲਈ ਘਰੋਂ ਬਾਹਰ ਨਿਕਲਿਆ ਸੀ ਔਰ ਉਹਦੀ ਮੌਕੇ ਦੇ ਉੱਤੇ ਜਿਹੜੀ ਉਹਨੂੰ ਹੱਤਿਆ ਕੀਤੀ ਗਈ ਆਤੰਕਵਾਦੀਆਂ ਦੇ ਵੱਲੋਂ। ਔਰ ਇਸ ਪੂਰੀ ਘਟਨਾਕ੍ਰਮ ਦੇ ਵਿੱਚ ਉਹਦੀ ਬੇਟੀ ਵੀ ਜ਼ਖਮੀ ਹੋਈ ਹੈ। ਬੇਟੀ ਜਿਹੜੀ ਹੈ ਹੁਣ ਜਿਹੜੀ ਉਹਦੀ ਹਾਲਤ ਹੈ ਕਹਿੰਦੇ ਥੋੜੀ ਸਥਿਰ ਹੈ, ਪਰ ਪਿਤਾ ਦੀ ਜਿਹੜੀ ਹੈ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈ। ਬਹੁਤ ਹੀ ਦੁਖਦਾਈ ਖਬਰ ਹੈ, ਪਰ ਇਸ ਤਰ੍ਹਾਂ ਦੀਆਂ ਖਬਰਾਂ ਤੁਸੀਂ ਵੇਖਿਆ ਹੀ ਆਏ ਦਿਨ ਆਉਂਦੀਆਂ ਰਹਿੰਦੀਆਂ ਨੇ। ਸ਼੍ਰੀਨਗਰ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ। ਪਿੱਛੇ ਤੁਹਾਨੂੰ ਪਤਾ ਇੱਕ ਜਿਹੜੇ ਪੰਡਿਤ ਸਨ ਮੁਲਾਜ਼ਮ ਨੌਜਵਾਨ, ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਤੋਂ ਪਹਿਲਾਂ ਵੀ ਬਹੁਤ ਸਾਰੀ ਇਸ ਤਰ੍ਹਾਂ ਜਿਹੜੇ ਪੁਲਿਸ ਕਰਮ ਨੇ ਜਾਂ ਸੁਰੱਖਿਆ ਬਲਾਂ ਦੇ ਜਿਹੜੇ ਕਰਮੀ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ। ਅੱਤਵਾਦ ਜਿਹੜਾ ਹੈ ਉੱਥੇ ਮੁਕੰਮਲ ਉਸ ਦਾ ਖਾਤਮਾ ਨਹੀਂ ਹੋ ਰਿਹਾ। ਉਹਦੇ ਕਈ ਕਾਰਨ ਨੇ। ਪਹਿਲਾ ਕਾਰਨ ਮੈਂ ਸਮਝਦਾ ਇਹ ਹੈ ਕਿ ਲੋਕਾਂ ਦੀ ਜਿਹੜੀ ਮਾਨਸਿਕਤਾ ਉਹ ਬਦਲੀ ਨਹੀਂ ਜਾ ਰਹੀ। ਕਿਉਂਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਉੱਥੇ ਭਾਰਤ ਨਾਲ ਸੰਬੰਧਿਤ, ਸਾਡੇ ਮੁਲਕ ਨਾਲ ਸੰਬੰਧਿਤ ਕੋਈ ਸਮਾਗਮ ਹੁੰਦਾ, ਜਿਵੇਂ 26 ਜਨਵਰੀ 15 ਅਗਸਤ ਹੈ, ਤਾਂ ਉਹ ਵੀ ਮਤਲਬ ਬੜੀ ਸੁਰੱਖਿਆ ਦੇ ਵਿੱਚ ਹੁੰਦਾ। ਔਰ ਲੋਕ ਉੱਥੇ ਐਸੇ ਮਤਲਬ ਬਦਦਮਾਗ ਨੇ ਕਿ ਉਹ ਪਾਕਿਸਤਾਨ ਦੇ ਝੰਡੇ ਲਾਉਂਦੇ ਨੇ ਆਪਣੇ ਘਰਾਂ ਦੇ ਉੱਪਰ, ਵਾਹਨਾਂ ਦੇ ਉੱਪਰ ਲਾ ਦਿੰਦੇ ਆ। ਔਰ ਉਹ ਕਈ ਵਾਰੀ ਪੱਥਰਬਾਜ਼ੀ ਵੀ ਕਰਦੇ ਰਹੇ। ਤੁਸੀਂ ਬਹੁਤ ਸਾਰੀਆਂ ਐਸੀ ਘਟਨਾਵਾਂ ਹੋਣਗੀਆਂ ਹੋਈਆਂ ਨੇ ਜਦੋਂ ਕਿ ਪੁਲਿਸ ਕਰਮੀ ਜਿਹੜੇ ਨੇ ਕੋਈ ਮੁਕਾਬਲਾ ਅੱਤਵਾਦੀਆਂ ਨਾਲ ਹੋ ਰਿਹਾ ਤੇ ਇਹ ਉਧਰ ਪੱਥਰ ਬਰਸਾਏ ਜਾ ਰਹੇ ਨੇ ਸੁਰੱਖਿਆ ਕਰਮੀਆਂ ਦੇ ਉੱਪਰ। ਇਹਦਾ ਫੌਰੀ ਤੌਰ ਤੇ ਮਤਲਬ ਹੱਲ ਜਿਹੜਾ ਹੈ ਉਹ ਅਜੇ ਨਜ਼ਰ ਨਹੀਂ ਆ ਰਿਹਾ। ਜਿਹੜੀ ਪੰਡਿਤ ਕਮਿਊਨਿਟੀ ਹੈ, ਬ੍ਰਾਹਮਣ ਲੋਕ ਨੇ ਜਿਹੜੇ, ਉਹ ਵੱਡੀ ਪੱਧਰ ਤੇ ਉੱਥੋਂ ਪਲਾਇਨ ਕਰ ਚੁੱਕੇ ਨੇ ਔਰ ਜੰਮੂ ਕਸ਼ਮੀਰ 'ਚ ਕਈ ਥਾਵਾਂ ਤੇ ਕੈਂਪਾਂ 'ਚ ਬੈਠੇ ਨੇ ਔਰ ਕਈਆਂ ਨੇ ਆਪਣੇ ਦੂਜੇ ਖੇਤਰਾਂ 'ਚ ਜਾ ਕੇ, ਸੂਬਿਆਂ 'ਚ ਜਾ ਕੇ ਆਪਣੇ ਮਾੜੇ ਮੋਟੇ ਕਾਰੋਬਾਰ ਸ਼ੁਰੂ ਕਰ ਲਏ ਨੇ ਤੇ ਆਪਣੀ ਰੋਟੀ ਕਮਾ ਰਹੇ ਨੇ। ਉਹ ਕੇਂਦਰ ਸ਼ਾਸਿਤ ਪ੍ਰਦੇਸ਼, 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਤੋਂ ਬਾਅਦ ਮਤਲਬ ਜੰਮੂ ਕਸ਼ਮੀਰ ਨੂੰ ਉਹ ਥੋੜ੍ਹੇ ਜਿਹਾ ਜਿਹੜਾ ਹੈ ਲੋਕਾਂ ਦੇ ਵਿੱਚ ਰੋਹ ਵਧਿਆ। ਭਾਵੇਂ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ, ਦੁਨੀਆ ਦੀ ਕੋਈ ਤਾਕਤ ਇਸ ਨੂੰ ਭਾਰਤ ਨਾਲੋਂ ਅਲੱਗ ਨਹੀਂ ਕਰ ਸਕਦੀ। ਪਰ ਲੇਕਿਨ ਜਿਹੜੀਆਂ ਦਹਿਸ਼ਤਗਰਦ ਤਨਜ਼ੀਮਾਂ ਨੇ ਜਾਂ ਗੁਆਂਢੀ ਮੁਲਕ ਤੋਂ ਜਿਹੜੇ ਦਹਿਸ਼ਤਗਰਦ ਆਉਂਦੇ ਨੇ ਉੱਥੇ ਬਦਅਮਨੀ ਖਿਲਾਰਦੇ ਨੇ, ਉਹਨਾਂ ਨੂੰ ਰੋਕਣ ਵਾਸਤੇ, ਕਿਉਂਕਿ ਉਹ ਇਲਾਕਾ ਇਸ ਕਿਸਮ ਦਾ ਹੈ ਕਿ ਉੱਥੇ ਤੁਸੀਂ ਮਤਲਬ ਇਸ ਤਰ੍ਹਾਂ ਦੀ ਫੂਲ ਪ੍ਰੂਫ ਕੋਈ ਕੰਧ ਦੀਵਾਰ ਖੜੀ ਨਹੀਂ ਕਰ ਸਕਦੇ ਕਿ ਜਿੱਥੋਂ ਟੱਪ ਕੇ ਨਾ ਆ ਸਕਣ। ਔਰ ਬਹੁਤ ਸਾਰੇ ਲੋਕ ਉੱਥੋਂ ਦੇ ਵੀ ਕਈ ਵਾਰੀ ਨੌਜਵਾਨ ਨੇ, ਉਹ ਭਟਕ ਜਾਂਦੇ ਨੇ ਔਰ ਉਹ ਉਹਨਾਂ ਦਾ ਸਾਥ ਦੇਣ ਲੱਗ ਜਾਂਦੇ ਨੇ ਔਰ ਖੁਦ ਬੰਦੂਕਾਂ ਚੱਕ ਲੈਂਦੇ ਨੇ। ਸੋ ਇਹ ਸਾਰਾ ਕੁਝ ਨੂੰ ਰੋਕਣ ਵਾਸਤੇ ਭਾਵੇਂ ਸਰਕਾਰ ਵੱਲੋਂ ਬੜਾ ਸਰਮਾਇਆ ਉੱਥੇ ਲਾਇਆ ਜਾ ਰਿਹਾ ਹੈ ਔਰ ਉੱਥੋਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ, ਅਰਬਾਂ ਰੁਪਈਆ ਮਤਲਬ ਜੰਮੂ ਕਸ਼ਮੀਰ ਦੇ ਵਿਕਾਸ ਵਾਸਤੇ ਸਰਕਾਰ ਦੇ ਰਹੀ ਹੈ, ਪਰ ਫਿਰ ਵੀ ਪਤਾ ਨਹੀਂ ਕਿਉਂ ਲੋਕ ਇਹ ਸਮਝ ਨਹੀਂ ਰਹੇ। ਜਦ ਤੱਕ ਸਾਰੇ ਮਤਲਬ ਹਿੰਦੁਸਤਾਨ 'ਚ ਵੱਖੋ ਵੱਖਰੇ ਸੂਬਿਆਂ ਦੇ ਲੋਕ ਜਿਵੇਂ ਕਿਵੇਂ ਜਾ ਕੇ ਉੱਥੇ ਸੈਟਲ ਨਹੀਂ ਹੁੰਦੇ, ਕਿਉਂਕਿ ਹੁਣ ਉੱਥੇ ਜ਼ਮੀਨ ਵੀ ਖਰੀਦੀ ਜਾ ਸਕਦੀ ਹੈ, ਕਾਰੋਬਾਰ ਵੀ ਸ਼ੁਰੂ ਕੀਤਾ ਜਾ ਸਕਦਾ, ਲੇਕਿਨ ਕਿਉਂਕਿ ਬੰਦੂਕ ਦਾ, ਗੋਲੀ ਦਾ ਡਰ ਹੈ, ਇਸ ਕਰਕੇ ਲੋਕ ਸੋਚਦਾ ਕਿ ਆਪਾਂ ਕਿਉਂ ਆਪਣੀ ਜਾਨ ਜੋਖਮ 'ਚ ਪਾਈਏ, ਦੂਰ ਰਹੀਏ। ਤਾਂ ਐਤਕੀ ਤੁਸੀਂ ਵੇਖਿਆ ਹੋਣਾ ਕਿ ਬਹੁਤ ਵੱਡੀ ਗਿਣਤੀ ਵਿੱਚ ਸੈਲਾਨੀ ਉੱਥੇ ਪਹੁੰਚੇ ਨੇ ਔਰ ਜੰਮੂ ਕਸ਼ਮੀਰ ਦਾ ਸਾਰਾ ਕਾਰੋਬਾਰ ਜਿਹੜਾ ਹੈ ਉਹ ਉਹਨਾਂ ਦੀਆਂ ਕੁਝ ਫਸਲਾਂ ਤੇ ਹੈ ਜਾਂ ਫਿਰ ਸੈਲਾਨੀਆਂ ਤੇ ਹੈ। ਬੜਾ ਖੂਬਸੂਰਤ ਹੈ ਕਿਉਂਕਿ ਸ਼ਾਹਜਹਾਂ ਨੇ ਇੱਕ ਵਾਰੀ ਕਸ਼ਮੀਰ ਨੂੰ ਵੇਖ ਕੇ ਕਿਹਾ ਸੀਗਾ, ਅਗਰ ਫਿਰਦੌਸ ਬਰਰੂਏ ਜ਼ਮੀਂ ਅਸਤ ਹਮੀ ਅਸਤ ਹਮੀ ਅਸਤ ਹਮੀ ਅਸਤ, ਯਾਨੀ ਜੇ ਕਿਤੇ ਦੁਨੀਆ 'ਚ ਸਵਰਗ ਹੈ ਤਾਂ ਮੈਂ ਹਾਂ। ਅਗਰ ਫਿਰਦੌਸ ਮੈਨੇ ਜੰਨਤ, ਅਗਰ ਫਿਰਦੌਸ ਬਰਰੂਏ ਮੈਨੇ ਜ਼ਮੀਨ ਦੇ ਮਤਲਬ ਉੱਪਰ ਹੈ ਨਾ, ਕੋਈ ਸਵਰਗ ਹੈ ਤਾਂ ਮੈਂ ਹੀ ਹਾਂ, ਮੈਂ ਹੀ ਹਾਂ, ਮੈਂ ਹੀ ਹਾਂ, ਇਹ ਕਸ਼ਮੀਰ ਕਹਿੰਦਾ। ਸੋ ਖੂਬਸੂਰਤ ਜਗ੍ਹਾ ਹੈ, ਪਰ ਲੇਕਿਨ ਖੂਬਸੂਰਤੀ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਫਿਰ ਇਵੇਂ ਲੱਗਦਾ ਕਿ ਇਸ ਦੀ ਖੂਬਸੂਰਤੀ ਨੂੰ ਖਰਾਬ ਕੀਤਾ ਜਾ ਰਿਹਾ। ਹੁਣ ਸਰਕਾਰ ਵੱਲੋਂ ਤਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉੱਥੇ ਅਮਨੋ ਮਾਨ ਰਹੇ, ਪਰ ਲੇਕਿਨ ਜਿਹੜੇ ਵਿਗੜੇ ਦਿਮਾਗ ਨੇ ਉਹਨਾਂ ਨੂੰ
ਸੁਧਾਰਨਾ ਬੜਾ ਔਖਾ ਸੁਧਾਰਨਾ ਔਖਾ ਹੈ, ਲੇਕਿਨ ਸੁਧਰ ਤਾਂ ਜਾਣਗੇ, ਪਰ ਸਮਾਂ ਲੱਗੇਗਾ। ਪਰ ਇਹੋ ਜਿਹੀਆਂ ਘਟਨਾਵਾਂ ਜਦੋਂ ਆਉਂਦੀਆਂ ਨੇ ਤੇ ਬੜੇ ਦਿਲ ਨੂੰ ਜਿਹੜਾ ਦੁੱਖ ਪਹੁੰਚਦਾ ਹੈ ਕਿ ਕਿਉਂ ਨਹੀਂ ਉੱਥੇ ਹਾਲਾਤ ਜਿਹੜੇ ਸੁਧਰਦੇ। ਇਹਦੇ ਨਾਲ ਹੀ ਨਾਲ ਚੰਗੇਰ ਪ੍ਰੋਗਰਾਮ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ। ਔਰ ਇਹਦੇ ਨਾਲ ਹੀ ਨਾਲ ਅੱਜ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।